ਹੈਲੋ ਗਾਇਜ਼ ਵੈਲਕਮ ਟੂ ਜੋਬਨ ਗਿੱਲ ਪੋਡਕਾਸਟ। ਇੱਕ ਪੰਜਾਬੀ ਦੇ ਵਿੱਚ ਐਸਾ ਪੋਡਕਾਸਟ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਨਾਲ ਡੀਲ ਕਰਦਾ ਹੈ ਐਂਡ ਹੋ ਸਕਦਾ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਦੂਸਰੇ ਸੋਰਸਿਸ ਤੋਂ ਤੁਹਾਨੂੰ ਮਿਲਦੀ ਹੋਵੇ, ਪਰ ਇੱਕੋ ਇੱਕ ਪੰਜਾਬੀ ਦਾ ਪੋਡਕਾਸਟ, ਪਹਿਲਾ ਪੋਡਕਾਸਟ ਜਿਹੜਾ ਸਿਰਫ ਤੇ ਸਿਰਫ ਕੈਨੇਡਾ ਇਮੀਗ੍ਰੇਸ਼ਨ ਨੂੰ ਜਿਹੜਾ ਫੋਕਸ ਕਰਕੇ ਬਣਾਇਆ ਗਿਆ ਤੁਹਾਡੇ ਵਾਸਤੇ। ਐਵਰੀ ਵੀਕ ਕੋਈ ਨਾ ਕੋਈ ਵਧੀਆ ਟੌਪਿਕ, ਕਈ ਵਾਰੀ ਵੀਕ ਦੇ ਵਿੱਚ 2 ਤੋਂ 3 ਐਪੀਸੋਡਸ, ਕਈ ਵਾਰੀ ਵੀਕ ਦੇ ਵਿੱਚ ਇੱਕ ਐਪੀਸੋਡ ਤੁਹਾਡੇ ਵਾਸਤੇ। ਅੱਜ ਬਿਫੋਰ ਸਟਾਰਟਿੰਗ ਦੇ ਪੋਡਕਾਸਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਅਸੀਂ ਟੌਪਿਕ ਕਵਰ ਕਰਨ ਵਾਲੇ ਹਾਂ ਇਹ ਬਹੁਤ ਇੱਕ ਤੇ ਯੂਨੀਕ ਟੌਪਿਕ ਆ। ਸੈਕੰਡਲੀ, ਇਸ ਟੌਪਿਕ ਨੂੰ ਸ਼ਾਇਦ ਹੀ ਕਿਸੇ ਨੇ ਥਰੂ ਦ ਵੀਡੀਓ ਫਾਰਮ, ਥਰੂ ਦ ਆਡੀਓ ਫਾਰਮ ਕਦੀ ਛੇੜਿਆ ਹੋਵੇ, ਕਿਉਂਕਿ ਇਹ ਪੋਡਕਾਸਟ ਥੋੜਾ ਲੰਮਾ ਹੋ ਸਕਦਾ ਡਿਊ ਟੂ ਦ ਫੈਕਟ ਕਿ ਜਿਹੜਾ ਟੌਪਿਕ ਆ। ਸੋ ਬਿਫੋਰ ਡਾਈਵਿੰਗ ਇਨਟੂ ਦਿਸ ਪੋਡਕਾਸਟ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਟਿਕਟੌਕ, ਇੰਸਟਾਗ੍ਰਾਮ, ਟਵਿੱਟਰ ਚੈਨਲ ਤੇ ਜਾ ਕੇ ਤੇ YouTube ਚੈਨਲ ਤੇ ਜਾ ਕੇ JG_ਇਮਿੰਗ ਕੰਸਲਟੈਂਟ ਸਾਡੇ ਚੈਨਲ ਦਾ ਨਾਮ ਆ, ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਜ਼ਰੂਰ ਕਰੋ ਜੇ ਹਰ ਇੱਕ ਅਪਡੇਟ ਤੁਹਾਨੂੰ ਟਾਈਮਲੀ ਮੈਨਰ ਤੇ ਚਾਹੀਦੀ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਵੱਡੀਆਂ ਅਨਾਊਂਸਮੈਂਟਸ, ਬਹੁਤ ਹੀ ਵਧੀਆ ਚੀਜ਼ਾਂ ਇਮੀਗ੍ਰੇਸ਼ਨ ਦੀ ਇੰਡਸਟਰੀ ਦੇ ਵਿੱਚ ਸਿਰਫ ਤੇ ਸਿਰਫ ਸਾਡੇ ਕਲਾਇੰਟਸ, ਸਾਡੇ ਫੋਲੋਅਰਸ ਤੇ ਆਉਣ ਵਾਲੇ ਦਿਨਾਂ 'ਚ ਸਾਡੇ ਫੋਲੋਅਰ ਜਿਹੜੇ ਬਣਨ ਵਾਲੇ ਆ, ਪਲੱਸ ਜਿੰਨੀ ਵੀ ਜਨਰਲ ਪਬਲਿਕ ਆ ਜਿਹੜੇ ਕੈਨੇਡਾ ਦੇ ਵਿੱਚ ਆਉਣ ਨੂੰ ਇੰਟਰਸਟਿਡ ਆ ਪਰ ਉਹਨਾਂ ਨੂੰ ਇੱਕ ਵੈਲਿਡ ਸੋਰਸ ਨਹੀਂ ਲੱਭਦਾ, ਉਹਨਾਂ ਦੇ ਵਾਸਤੇ ਚੈਨਲਸ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਨੇ। ਐਂਡ ਇਸ ਪੋਡਕਾਸਟ ਦਾ ਮੇਨ ਮਕਸਦ ਇਹੀ ਸੀਗਾ ਕਿਉਂਕਿ ਬਹੁਤ ਸਾਰਾ ਫੌਗ, ਬਹੁਤ ਸਾਰਾ ਹਨੇਰਾ ਤੇ ਜਿਹੜਾ ਇੱਕ ਧੁੰਦਲਾਪਨ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਆ, ਕਿਉਂਕਿ ਮੈਂ ਇੱਕ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਐਂਡ ਪਿਛਲੇ ਲਾਸਟ 6-7 ਸਾਲਾਂ ਤੋਂ ਇਹੀ ਕੰਮ ਕਰ ਰਿਹਾ। ਸੋ ਮੇਰੀ ਇੱਕ ਰਿਸਪੌਂਸਿਬਿਲਿਟੀ ਬਣਦੀ ਸੀਗੀ ਕਿ ਐਜ਼ ਅ ਬਿਜ਼ਨਸ ਓਨਰ, ਐਜ਼ ਅ ਫਰਮ ਓਨਰ ਮੈਂ ਕੰਮ ਤੇ ਕਰ ਰਿਹਾ ਵਾਂ। ਡੈਫੀਨੇਟਲੀ ਸਾਰਾ ਕੁਝ ਵਧੀਆ ਆ, ਪਰ ਮੈਂ ਕੁਝ ਡਿਲੀਵਰ ਕਰ ਸਕਾਂ ਆਪਣੀ ਆਡੀਅנס ਨੂੰ, ਮੈਂ ਕੁਝ ਡਿਲੀਵਰ ਕਰ ਸਕਾਂ ਆਪਣੇ ਸਰੋਤਿਆਂ ਨੂੰ, ਮੈਂ ਕੁਝ ਡਿਲੀਵਰ ਕਰ ਸਕਾਂ ਜਿਹੜਾ ਵੀ ਕੈਨੇਡਾ ਦੇ ਵਿੱਚ ਆਉਣਾ ਚਾਹੁੰਦਾ ਹੈ, ਤਾਂ ਕਿ ਐਟਲੀਸਟ ਉਹਨੂੰ ਇਨਫੋਰਮੇਸ਼ਨ ਪ੍ਰੋਪਰ ਮਿਲ ਸਕੇ। ਸੋ ਅੱਜ ਦਾ ਜਿਹੜਾ ਟੌਪਿਕ ਹੈਗਾ ਸਪਾਊਸਲ ਓਪਨ ਵਰਕ ਪਰਮਿਟ ਦੀ ਇੰਟਰਵਿਊ ਦੇ 100 ਕੁਐਸਚਨਸ। ਜੀ ਹਾਂ, 100 ਕੁਐਸਚਨਸ ਅਬਾਊਟ ਸਪਾਊਸਲ ਓਪਨ ਵਰਕ ਪਰਮਿਟ ਇੰਟਰਵਿਊ। ਇਹਦੇ ਵਿੱਚ ਮੈਂ 100 ਕੁਐਸਚਨ ਕਵਰ ਕਰਨੇ ਆ ਤੇ ਇੰਗਲਿਸ਼ ਦੇ ਵਿੱਚ ਜਿਹੜੇ ਕੁਐਸਚਨਸ ਮੈਂ ਬੋਲਾਂਗਾ ਉਹਨਾਂ ਦਾ ਮਤਲਬ ਸਮਝਾਵਾਂਗਾ। ਤੇ ਉੱਥੇ ਜਾ ਕੇ ਕਿਉਂਕਿ ਇੱਕ ਟੌਪਿਕ ਅਸੀਂ, ਕਿਉਂਕਿ ਇਹ ਮੇਨ ਪੋਡਕਾਸਟ ਪੰਜਾਬੀ ਲਈ ਆ, ਬਹੁਤ ਸਾਰੇ ਲੋਕ ਸਪੈਸ਼ਲੀ ਪੰਜਾਬੀ ਦੇ ਵਿੱਚ ਹੀ ਸਿਰਫ 5-10% ਨੂੰ ਛੱਡ ਕੇ ਉੱਥੇ ਚਾਹੁੰਦੇ ਆ ਕਿ ਅਸੀਂ ਇੰਟਰਵਿਊ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਦਈਏ। ਤੇ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਦਾ ਬੈਸਟ ਆਨਸਰ ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਬਹੁਤ ਸਾਰੇ ਲੋਕ 80-90% ਇੰਟਰਵਿਊ ਤੋਂ ਬਾਅਦ ਰਿਫਿਊਜ਼ਲ ਦਾ ਸਾਹਮਣਾ ਕਰਦੇ ਆ ਸਪਾਊਸਲ ਓਪਨ ਵਰਕ ਪਰਮਿਟ ਦੇ ਵਿੱਚ, ਪਰ ਜੇ ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਸੁਣੋਗੇ, ਪਲੱਸ ਇਸ ਦੀ ਮੈਂ ਇੱਕ ਲਿੰਕ ਵੀ ਪਾਉਣਾ ਆ ਕਿ ਕਿੱਥੋਂ ਜਾ ਕੇ ਤੁਸੀਂ ਇਹ ਪੂਰੇ ਦਾ ਪੂਰਾ ਐਪੀਸੋਡ ਡਾਊਨਲੋਡ ਕਰ ਸਕਦੇ ਹੋ, ਪਲੱਸ ਇਹ PDF ਫਾਰਮੈਟ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਲਈ ਅਵੇਲੇਬਲ ਕਰਨੀ ਹੈ ਚੀਜ਼, ਤਾਂ ਕਿ ਤੁਹਾਨੂੰ ਕਿਸੇ ਵੀ ਟਾਈਪ ਦੀ ਕਿਤੇ ਵੀ ਫਾਈਲ ਲਗਵਾ ਰਹੇ ਹੋ, ਚਾਹੇ ਇੰਡੀਆ ਤੋਂ ਕਿਸੇ ਵੀ ਕੰਸਲਟੈਂਟ ਏਜੰਟ ਕੋ ਖੁਦ ਲਾ ਰਹੇ ਹੋ, ਡਜ਼ਨਟ ਮੈਟਰ, ਸਿਰਫ ਤੇ ਸਿਰਫ ਇਹ ਤੁਹਾਡੇ ਵਾਸਤੇ ਵੈਲਿਊਏਬਲ ਇਨਫੋਰਮੇਸ਼ਨ ਹੈ। ਚਾਹੇ ਫ੍ਰੀ ਆ ਰਹੀ ਹੈ ਐਟ ਦਿਸ ਪੁਆਇੰਟ ਆਫ ਟਾਈਮ, ਪਰ ਵੈਲਿਊ ਇਹਦੀ ਤੁਸੀਂ ਕੰਪੀਟ ਨਹੀਂ ਕਰ ਸਕਦੇ, ਕਿਉਂਕਿ ਜਦੋਂ ਦੋ ਜਿਹੜੇ ਦਿਲ ਕਹਿ ਲਓ, ਜਦੋਂ ਦੋ ਪਾਰਟਨਰਸ ਮਿਲਦੇ ਆ, ਵਿਆਹ ਤੋਂ ਬਾਅਦ ਮਿਲਣ ਵਾਲੀ ਖੁਸ਼ੀ, ਇੱਕ ਦੂਜੇ ਨਾਲ ਜਦੋਂ ਆਪਾਂ ਕੰਟਰੀ ਦੇ ਵਿੱਚ ਇੱਥੇ ਮਿਲਦੇ ਹਾਂ, ਵਿਆਹ ਤੋਂ ਬਾਅਦ ਜਿਹੜੀ ਦੂਰੀ ਹੁੰਦੀ ਆ, ਗਾਣਿਆਂ ਰਾਹੀਂ, ਮੂਵੀਜ਼ ਰਾਹੀਂ ਬਹੁਤ ਵੇਖੀ ਹੋਏਗੀ, ਪਰ ਜਿਹੜੀ ਐਕਚੁਅਲ ਦੂਰੀ ਡਿਸਟੈਂਸ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੀ ਆ ਉਹ ਸਪਾਊਸਸ ਨੂੰ ਪਤਾ ਹੁੰਦੀ ਆ, ਉਹ ਜਿਨ੍ਹਾਂ ਦਾ ਵਿਆਹ ਆਉਂਦਾ ਉਹਨਾਂ ਨੂੰ ਪਤਾ ਹੁੰਦੀ, ਹੋਰ ਕਿਸੇ ਨੂੰ ਨਹੀਂ ਪਤਾ। ਕਿਉਂਕਿ ਜਿਹੜੀਆਂ ਸਦਰਾਂ ਹੁੰਦੇ, ਜਿਹੜੇ ਚਾਹ ਹੁੰਦੇ ਆ ਸਟਾਰਟਿੰਗ ਦੇ ਵਿੱਚ, ਕਿਉਂਕਿ ਸਟਾਰਟ ਹੈ ਜਿਹੜਾ ਕਿਸੇ ਵੀ ਰਿਲੇਸ਼ਨਸ਼ਿਪ ਦੀ ਬਾਊਂਡੇਸ਼ਨ ਜਦੋਂ ਆਪਾਂ ਬੰਨ ਜਾਂਦੇ ਇੱਕ ਦੂਜੇ ਨਾਲ, ਉਹਦੀ ਗਰਾਊਂਡ ਜਿਹੜੀ ਹੁੰਦੀ ਆ ਉਹ ਸਟਾਰਟਿੰਗ ਤੋਂ ਬਣਨੀ ਸ਼ੁਰੂ ਹੁੰਦੀ ਆ, ਪਰ ਕਈ ਵਾਰੀ ਉਸਦੇ ਵਿੱਚ ਜ਼ਿਆਦਾ ਟਾਈਮ ਪੈਣ ਕਰਕੇ ਉਹ ਰਿਸ਼ਤਾ ਇੰਨਾ ਮਜ਼ਬੂਤ ਨਹੀਂ ਬਣ ਪਾਉਂਦਾ ਤੇ ਜਾਂ ਉਹਨੂੰ ਬਹੁਤ ਟਾਈਮ ਲੱਗ ਜਾਂਦਾ। ਸੋ ਅੱਜ ਕਵਰ ਕਰਦੇ ਹਾਂ 100 ਕੁਐਸਚਨਸ ਅਬਾਊਟ SOWP। ਸੋ ਲੈਟਸ ਸਟਾਰਟ। ਪਹਿਲਾ ਕੁਐਸਚਨ ਕੀ ਪੁੱਛ ਸਕਦੇ ਤੁਹਾਨੂੰ ਇਮੀਗ੍ਰੇਸ਼ਨ ਆਫਿਸਰਸ ਉੱਥੇ, ਵੈਨ ਐਂਡ ਵੇਅਰ ਡਿਡ ਯੂ ਮੀਟ ਯੂਰ ਸਪਾਊਸ ਫॉर द फर्स्ट टाइम। ਇਹਦਾ ਮਤਲਬ ਹੈ ਕਿ ਤੁਸੀਂ ਕਦੋਂ ਤੇ ਕਿੱਥੇ ਆਪਣੇ ਸਪਾਊਸ ਨੂੰ ਪਹਿਲੀ ਵਾਰੀ ਮਿਲਿਆ। ਸੋ ਇਹਦਾ ਆਨਸਰ ਤੁਸੀਂ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੇ ਸਪਾਊਸ ਨੂੰ ਪਹਿਲੀ ਵਾਰੀ ਮਿਲੇ। ਜੇ ਤੇ ਤੁਹਾਡੀ ਲਵ ਮੈਰਿਜ ਆ, ਤੁਸੀਂ ਸਾਰਾ ਕੁਝ ਰਿਲੇਸ਼ਨਸ਼ਿਪ ਦੇ ਹਿਸਾਬ ਨਾਲ ਐਕਸਪਲੇਨ ਕੀਤਾ ਆ ਆਪਣੀ ਸਪਾਊਸਲ ਓਪਨ ਵਰਕ ਪਰਮਿਟ ਦੀ ਫਾਈਲ ਦੇ ਵਿੱਚ, ਤੇ ਉੱਥੇ ਜੋ ਲਿਖਿਆ ਆ ਉਹਦੇ ਹਿਸਾਬ ਦੇ ਨਾਲ ਇਹਦਾ ਆਨਸਰ ਦੇਣਾ ਆ। ਇਹ ਨਹੀਂ ਹੈ ਕਿ ਉੱਥੇ ਫਾਈਲ ਦੇ ਵਿੱਚ ਕੁਝ ਹੋਰ ਮੈਂਸ਼ਨ ਹੈ, ਇੱਥੇ ਤੁਸੀਂ ਕੁਝ ਹੋਰ ਦੇ ਦਿਓ। ਇਹੀ ਚੈੱਕ ਕਰਨੀਆਂ ਹੁੰਦੀਆਂ ਨੇ ਚੀਜ਼ਾਂ
ਤੇ ਇਹੀ ਜਿਹੜੀਆਂ ਜ਼ਿਆਦੀਆਂ ਚੀਜ਼ਾਂ ਮੈਟਰ ਕਰਦੀਆਂ, ਤੇ ਇਸ ਚੀਜ਼ ਦਾ ਬਿਲਕੁਲ ਸਹੀ ਆਨਸਰ ਦੇਣਾ ਹੈ ਕਿ ਮੈਂ ਆਪਣੇ ਜਿਹੜੇ ਸਪਾਊਸ ਨੂੰ ਆ, ਹਸਬੈਂਡ ਜਾਂ ਵਾਈਫ ਨੂੰ XYZ ਜਗ੍ਹਾ ਤੇ ਉੱਤੇ ਤੇ ਇੰਨੀ ਡੇਟ ਨੂੰ ਮੈਂ ਮਿਲਿਆ ਸੀਗਾ ਪਹਿਲੀ ਵਾਰ। ਸੈਕੰਡ ਕੁਐਸਚਨ, ਹਾਊ ਡਿਡ ਯੂ ਮੀਟ ਯੂਅਰ ਸਪਾਊਸ? ਤੁਸੀਂ ਆਪਣੇ ਸਪਾਊਸ ਨੂੰ ਯਾਨੀ ਕਿ ਤੁਸੀਂ ਆਪਣੇ ਹਸਬੈਂਡ ਵਾਈਫ ਨੂੰ ਕਿਵੇਂ ਮਿਲੇ? ਸੋ ਇਸ ਦੇ ਵਿੱਚ ਜਿਹੜਾ ਤੁਸੀਂ ਸਿਚੁਏਸ਼ਨ ਦੱਸਣੀ ਆ, ਜੇ ਤੇ ਤੁਹਾਡੀ ਲਵ ਮੈਰਿਜ ਆ ਫਿਰ ਜਿਸ ਤਰ੍ਹਾਂ ਵੀ ਤੁਸੀਂ ਆਪਣੀ ਪ੍ਰੂਫ ਆਫ ਰਿਲੇਸ਼ਨਸ਼ਿਪ ਦੇ ਵਿੱਚ ਦੱਸਿਆ ਹੈ ਜਾਂ ਤੁਸੀਂ SOP ਦੇ ਵਿੱਚ ਥੋੜਾ ਮੈਂਸ਼ਨ ਕੀਤਾ, ਤੇ ਜੇ ਬਿਲਕੁਲ ਮੈਂਸ਼ਨ ਨਹੀਂ ਕੀਤਾ ਤਾਂ ਤਿਆਰ ਹੋ ਜਾਓ ਇਹਦੇ ਵਾਸਤੇ, ਕਿਉਂਕਿ ਇੰਟਰਵਿਊ ਜਿਆਦਾ ਉਹਨਾਂ ਨੂੰ ਹੀ ਆਉਂਦੀ ਆ ਜਿਨ੍ਹਾਂ ਦੀ ਫਾਈਲ ਦੇ ਵਿੱਚ ਕੁਝ ਨਾ ਕੁਝ ਲੈਕ ਕਰਦਾ ਹੋਵੇ। ਤਾਂ ਇਹ ਦੱਸਣਾ ਹੈ ਕਿ ਕਿਵੇਂ ਤੁਸੀਂ ਪਹਿਲੀ ਵਾਰੀ ਇੱਕ ਦੂਜੇ ਨੂੰ ਮਿਲੇ, ਐਂਡ ਆਲਸੋ ਉਸ ਦੇ ਵਿੱਚ ਜੇ ਅਰੇਂਜ ਮੈਰਿਜ ਹੈ ਤੇ ਕਿਸ ਨੇ ਉਹ ਅਰੇਂਜ ਕਰਵਾਈ ਮੈਰਿਜ, ਉਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਤੁਸੀਂ ਆਪਣੇ ਇਮੀਗ੍ਰੇਸ਼ਨ ਆਫਿਸਰ ਨੂੰ ਜਿਹੜਾ ਤੁਹਾਡਾ ਇੰਟਰਵਿਊ ਲੈ ਰਿਹਾ ਉਹਨੂੰ ਦੇਣੀ ਹੈ। ਥਰਡ ਕੁਐਸਚਨ, ਹਾਊ ਓਲਡ ਇਜ਼ ਯੂਅਰ ਸਪਾਊਸ? ਵਾਟ ਇਜ਼ ਯੂਅਰ ਸਪਾਊਸਸ ਬਰਥ ਡੇਟ? ਸੋ ਇਹ ਸਿੱਧਾ ਜਿਹਾ ਕੁਐਸਚਨ ਹੈ ਕਿ ਤੁਹਾਡੇ ਜਿਹੜੇ ਹਸਬੈਂਡ ਵਾਈਫ ਹੈ ਉਹਨਾਂ ਦੀ ਏਜ, ਉਮਰ ਕਿੰਨੀ ਆ, ਤੇ ਤੁਹਾਡੇ ਸਪਾਊਸ ਦੀ ਡੇਟ ਆਫ ਬਰਥ ਕਿੰਨੀ ਆ। ਇਹ ਤੁਹਾਨੂੰ ਰਟੀ ਹੋਣੀ ਚਾਹੀਦੀ ਆ, ਇਹਦੇ 'ਚ ਕਦੀ ਵੀ ਹੈਜ਼ੀਟੇਟ ਨਹੀਂ ਕਰਨਾ। ਜਦੋਂ ਤੁਸੀਂ ਹੈਜ਼ੀਟੇਟ ਕਰਦੇ ਹੋ ਤਾਂ ਤੁਸੀਂ ਕੁਐਸਚਨ ਦੇ ਘੇਰੇ ਵਿੱਚ ਆ ਜਾਂਦੇ ਹੋ। ਅਗਲਾ ਕੁਐਸਚਨ ਚੌਥਾ, what does your spouse do for a living? ਸੋ ਜੇ ਤੁਹਾਡਾ ਕੈਨੇਡਾ ਦੇ ਵਿੱਚ ਸਪਾਊਸ ਰਹਿ ਰਿਹਾ ਹੈ ਤਾਂ ਉਹ ਆਪਣੀ ਆਪ ਦਾ ਖਰਚਾ ਚਲਾਉਣ ਦੇ ਲਈ, ਆਪਣੀ ਲਿਵਿੰਗ ਨੂੰ ਮੇਨਟੇਨ ਕਰਨ ਦੇ ਲਈ ਕੀ ਕਰਦਾ ਹੈ? ਸੋ ਜਿਹੜੀ ਵੀ ਜੌਬ ਉਹ ਤੁਹਾਡਾ ਹਸਬੈਂਡ ਵਾਈਫ ਕੈਨੇਡਾ ਦੇ ਵਿੱਚ ਕਰ ਰਿਹਾ ਹੈ, ਫੋਰ ਐਗਜ਼ਾਮਪਲ ਜੇ ਫੂਡ ਸਰਵਿਸ ਸੁਪਰਵਾਈਜ਼ਰ ਲੱਗਾ ਹੈ, ਜੋ ਟੀਮ ਮੈਂਬਰ ਲੱਗਾ ਹੈ, ਜੇ ਵੇਅਰ ਹਾਊਸ ਦੇ ਵਿੱਚ ਕੰਮ ਕਰਦਾ ਹੈ, ਜੋ ਵੀ ਕਰਦਾ ਹੈ ਉਹ ਤੁਸੀਂ ਦੱਸਣਾ ਆ। ਤੇ ਇਹ ਵੀ ਚੀਜ਼ ਧਿਆਨ ਰੱਖਿਓ ਕਿ ਉਹ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਜ਼ਰੂਰ ਮੈਂਸ਼ਨ ਕੀਤਾ ਹੋਵੇ। ਇਹ ਨਾ ਹੋਵੇ ਐਪਲੀਕੇਸ਼ਨ 'ਚ ਮੈਂਸ਼ਨ ਨਾ ਕੀਤਾ ਹੋਵੇ ਜਾਂ ਹੋਰ ਕੁਝ ਮੈਂਸ਼ਨ ਕੀਤਾ ਹੋਵੇ, ਇੱਥੇ ਆਨਸਰ ਤੁਸੀਂ ਹੋਰ ਕੁਝ ਦੇ ਦਿਓ ਜਾਂ ਤੁਹਾਨੂੰ ਪਤਾ ਹੀ ਨਾ ਹੋਵੇ, ਸਿੱਧੇ ਰਿਫਿਊਜ਼ਲ ਦੇ ਕਾਰਨ ਬਣਦੀਆਂ ਇਹ ਚੀਜ਼ਾਂ। ਅਗਲਾ ਪੰਜਵਾਂ ਕੁਐਸਚਨ, ਵੇਅਰ ਡਿਡ ਯੂਅਰ ਸਪਾਊਸ ਗੋ ਟੂ ਸਕੂਲ? ਤੁਹਾਡਾ ਜਿਹੜਾ ਸਪਾਊਸ ਆ ਕਿੱਥੇ ਸਕੂਲ 'ਚ ਗਿਆ ਆ? ਸੋ ਇਹਦੇ ਵਿੱਚ ਦੋ ਆਨਸਰਸ ਹੋ ਸਕਦੇ ਆ, ਇੱਕ ਤੁਸੀਂ ਇੰਡੀਆ ਵਾਲਾ ਜਾਂ ਜਿੱਥੇ ਵੀ ਤੁਹਾਡਾ ਸਪਾਊਸ ਪੜ੍ਹਿਆ ਆ, 12ਵੀਂ ਤੱਕ ਡਿਗਰੀ ਕੀਤੀ ਆ, ਜਾਂ ਜਿਹੜੀ ਵੀ ਉਹਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਹ, ਪਲੱਸ ਕਾਲਜ ਜਿਹੜਾ ਕੈਨੇਡਾ ਵਾਲਾ ਵਾ ਜਾਂ ਯੂਨੀਵਰਸਿਟੀ ਹੈ ਜਿਹੜੀ ਜਾਂ ਇੰਸਟੀਟਿਊਸ਼ਨ ਹੈ, ਉਹ ਤੁਸੀਂ ਦੱਸਣਾ ਹੈ ਕਿ ਆਹ ਉਹਦਾ ਨਾਮ ਹੈ ਕਾਲਜ ਦਾ ਤੇ ਇੱਥੇ ਹੋ ਗਿਆ ਹੈ। ਵਟ ਡਿਗਰੀਜ਼ ਔਰ ਫਾਰਮਲ ਟ੍ਰੇਨਿੰਗ ਡਜ਼ ਯੂਅਰ ਸਪਾਊਸ ਹੈਵ? ਇਹ 6ਵਾਂ ਕੁਐਸਚਨ ਕਿ ਤੁਹਾਡੇ ਸਪਾਊਸ ਹਸਬੈਂਡ ਵਾਈਫ ਕੋ ਕਿਹੜੀਆਂ ਡਿਗਰੀਜ਼ ਜਾਂ ਫਾਰਮਲ ਟ੍ਰੇਨਿੰਗਸ ਹੈਗੀਆਂ। ਸੋ ਜੋ ਵੀ ਉਹਨਾਂ ਨੇ ਕੀਤਾ ਇੰਡੀਆ ਦੇ ਵਿੱਚ ਜਾਂ ਜੋ ਵੀ ਉਹ ਕੈਨੇਡਾ ਦੇ ਵਿੱਚ ਪਰਸਿਊ ਕਰ ਰਹੇ ਆ ਉਹ ਤੁਸੀਂ ਦੱਸਣਾ ਹੈ। ਫੋਰ ਐਗਜ਼ਾਮਪਲ ਜੇ ਉਹਨਾਂ ਕੋਲ BA ਦੀ ਡਿਗਰੀ ਹੈ, ਬੈਚਲਰ ਆਫ ਆਰਟਸ ਤੁਸੀਂ ਦੱਸਣੀ ਹੈ, ਤੇ ਜੇ ਇੱਥੇ ਆਣ ਕੇ ਅੱਗੇ ਉਹ ਕੋਈ ਆਰਟਸ ਦਾ ਕੋਰਸ ਕਰ ਲਿਆ, ਫੋਰ ਐਗਜ਼ਾਮਪਲ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਆਰਟਸ ਕਰ ਰਿਹਾ, ਤਾਂ ਤੁਸੀਂ ਉਹ ਦੱਸੋਗੇ। ਇੱਕ ਐਗਜ਼ਾਮਪਲ ਹੈ, ਬਾਕੀ ਹਰ ਇੱਕ ਸਪਾਊਸ ਦੀ, ਹਰ ਇੱਕ ਹਸਬੈਂਡ ਵਾਈਫ ਦੀ ਸਿਚੁਏਸ਼ਨ ਆਪੋ ਆਪਣੀ ਹੁੰਦੀ ਹੈ। ਅਗਲਾ ਕੁਐਸਚਨ ਸੱਤਵਾਂ, ਹਾਊ ਡਿਡ ਯੂਅਰ ਸਪਾਊਸ ਇਮੀਗ੍ਰੇਟ ਟੂ ਕੈਨੇਡਾ ਫॉर ਸਟੱਡੀ? ਸੋ ਇਹ ਟ੍ਰਿਕੀ ਕੁਐਸਚਨ ਹੋ ਸਕਦਾ ਹੈ ਕਿ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਦੇ ਵਾਸਤੇ ਕਿਸ ਤਰ੍ਹਾਂ ਗਿਆ। ਸੋ ਉਹ ਤੁਸੀਂ ਸਾਰਾ ਉਹਨਾਂ ਨੂੰ ਪਲਾਨ ਦੱਸਣਾ ਹੈ, ਤੁਹਾਡੀ SOP ਜੋ ਲਿਖਿਆ ਹੋਇਆ ਹੈ ਸਪਾਊਸ ਦੀ, ਕਿ ਕਿਵੇਂ ਤੁਸੀਂ ਸੋਚਿਆ ਤੁਸੀਂ ਕੈਨੇਡਾ ਜਾਣਾ ਹੈ, ਤੇ ਜਦੋਂ ਤੁਸੀਂ ਸੋਚ ਲਿਆ ਤੁਸੀਂ ਸਾਰੇ ਡਾਕੂਮੈਂਟਸ ਪ੍ਰਪੇਅਰ ਕਰਵਾਏ, ਕਿੱਥੋਂ ਤੁਸੀਂ ਸਾਰੀ ਗਾਈਡੈਂਸ ਲਈ ਤੇ ਕਿੱਥੋਂ ਅਪਲਾਈ ਕਰਵਾਇਆ ਜਾਂ ਆਪ ਕੀਤਾ, ਇਹ ਸਾਰੀ ਇਨਫੋਰਮੇਸ਼ਨ ਇਸ ਕੁਐਸਚਨ ਅੰਦਰ ਤੁਸੀਂ ਦੇਣੀ ਹੈ। ਇੱਕ ਚੀਜ਼ ਹੋਰ ਧਿਆਨ ਰੱਖਿਓ, ਹਰ ਇੱਕ ਕੁਐਸਚਨ ਦਾ ਜਿਹੜਾ ਆਨਸਰ ਹੈ ਸ਼ਾਰਟ ਐਂਡ ਸਪੈਸੀਫਿਕ ਰੱਖਣਾ ਹੈ। ਛੋਟਾ ਕੁਐਸਚਨ ਹੋਵੇ, ਛੋਟਾ ਆਨਸਰ ਹੋਵੇ, ਪਰ ਹੋਵੇ ਪੂਰਾ ਅਪ ਟੂ ਡੇਟ, ਹੋਵੇ ਪੂਰਾ ਸਪੈਸੀਫਿਕ, ਜੋ ਉਹਨਾਂ ਨੇ ਪੁੱਛਿਆ ਉਹਨਾਂ ਹੀ ਆਨਸਰ ਦੇਣਾ, ਗੋਲ ਗੱਲ ਨੂੰ ਜ਼ਿਆਦਾ ਨਹੀਂ ਘੁਮਾਉਣਾ। ਅਗਲਾ ਕੁਐਸਚਨ 8ਵਾਂ, ਵੇਅਰ ਡਜ਼ ਯੂਅਰ ਸਪਾਊਸ ਸਟੱਡੀ? ਸੋ ਇਹਦੇ ਵਿੱਚ ਹੁਣ ਤੁਹਾਡੀ ਕਰੰਟ ਸਟੱਡੀ ਦੇ ਬਾਰੇ ਪੁੱਛ ਰਿਹਾ ਕਿ ਤੁਹਾਡਾ ਹੁਣ ਸਪਾਊਸ ਹਸਬੈਂਡ ਵਾਈਫ ਕਿੱਥੇ ਪੜ੍ਹ ਰਿਹਾ ਹੈ। ਸੋ ਉਹਦੇ ਬਾਰੇ ਤੁਸੀਂ ਜਿਹੜਾ ਆ ਉਹ ਦੱਸਣਾ ਹੈ ਉਹਨਾਂ ਨੂੰ। 9ਵਾਂ ਕੁਐਸਚਨ, ਨੇਮ ਆਫ ਕਾਲਜ, ਲੋਕੇਸ਼ਨ, ਪਲੇਸ। ਸੋ ਜਿਹੜਾ ਵੀ ਕਾਲਜ ਹੋਏਗਾ ਉਹਦੀ ਲੋਕੇਸ਼ਨ ਤੇ ਉਹਦੀ ਪਲੇਸ ਦੱਸਣੀ ਹੈ। ਫੋਰ ਐਗਜ਼ਾਮਪਲ ਜੇ ਤੁਹਾਡਾ ਕੋਈ ਸੈਂਟੀਨੀਅਲ ਕਾਲਜ ਟੋਰਾਂਟੋ ਦੇ ਵਿੱਚ, ਯੂ ਵਿਲ ਸੇ ਕਿ ਮੇਰਾ ਸਪਾਊਸ ਹੈ ਜਿਹੜਾ ਹਸਬੈਂਡ ਵਾਈਫ ਹੈ ਉਹ ਸੈਂਟੀਨੀਅਲ ਕਾਲਜ ਟੋਰਾਂਟੋ 'ਚ ਪੜ੍ਹ ਰਿਹਾ। ਸੋ ਜੇ ਕੈਂਪਸ ਵੀ ਤੁਹਾਨੂੰ ਪਤਾ ਹੈ ਤਾਂ ਉਹ ਵੀ ਜ਼ਰੂਰ ਦੱਸੋ। ਅਗਲਾ ਜਿਹੜਾ ਕੁਐਸਚਨ ਆ ਉਹਦੇ ਵਿੱਚ ਤੁਹਾਨੂੰ ਜੋ ਵੀ ਉਹਨਾਂ ਨੇ ਪੁੱਛਣਾ ਆ, ਉਹਨਾਂ ਨੇ ਬਹੁਤ ਸ਼ਾਰਟ ਐਂਡ ਸਪੈਸੀਫਿਕ ਜਿਹਾ ਪੁੱਛਣਾ ਆ, ਪਰ ਇਹਦਾ ਆਨਸਰ ਤੁਹਾਨੂੰ ਜਿਹੜਾ ਪੂਰਾ ਪਤਾ ਹੋਣਾ ਚਾਹੀਦਾ। ਸੋ ਬੇਸਿਕਲੀ ਅਗਲਾ ਕੁਐਸਚਨ ਜਿਹੜਾ ਹੋਏਗਾ ਇਨ ਵਿਚ ਸਮੈਸਟਰ ਆਫ ਦਾ ਪ੍ਰੋਗਰਾਮ, ਕਿ ਤੁਹਾਡਾ ਸਪਾਊਸ ਇਸ ਵੇਲੇ ਕਿਹੜੇ ਜਿਹੜਾ ਸਮੈਸਟਰ ਦੇ ਵਿੱਚ ਪੜ੍ਹ ਰਿਹਾ। ਸੋ ਉਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿੰਨੇ ਵੀ ਸਮੈਸਟਰ ਦੇ ਵਿੱਚ ਤੁਹਾਡਾ ਹਸਬੈਂਡ ਵਾਈਫ ਪੜ੍ਹ ਰਿਹਾ, ਸੋ ਉਹ ਤੁਸੀਂ ਸਮੈਸਟਰ 1st 2nd 3rd 4th ਜਾਂ ਜਿੰਨਾ ਵੀ ਹੈਗਾ ਆ ਉਹ ਤੁਸੀਂ ਮੈਂਸ਼ਨ ਕਰਨਾ ਹੈ। 11th ਕੁਐਸਚਨ, ਨੇਮ ਆਫ ਦਾ ਪ੍ਰੋਗਰਾਮ ਕੋਰਸ। ਤੁਹਾਡਾ ਸਪਾਊਸ ਜਿਹੜੇ ਪ੍ਰੋਗਰਾਮ ਦੇ ਵਿੱਚ ਸਟੱਡੀ ਕਰ ਰਿਹਾ ਉਸ ਪ੍ਰੋਗਰਾਮ ਦਾ, ਉਸ ਕੋਰਸ ਦਾ ਨਾਮ ਕੀ ਹੈ। ਸੋ ਉਹ ਤੁਸੀਂ ਸਪੈਸੀਫਿਕ ਜਿਹਾ ਦੱਸਣਾ ਹੈ ਉਹਨਾਂ ਨੂੰ, ਸ਼ਾਰਟ ਐਂਡ ਸਪੈਸੀਫਿਕ,
कि आह वाला कोर्स मेरा स्पाउस कैनेडा दे विच कर रहा। 12वां क्वेश्चन, वेयर डज योर स्पाउस लिव। सो हुण इस दे विच एक चीज़ जरूर देखियो, जो तुसीं अपनी एप्लीकेशन दे विच अपने स्पाउस दा एड्रैस दस्सिया होया या उन्हें तुहानूं दस्सिया कि आह वाला मेरा एड्रैस तुसीं एप्लीकेशन च मैंशन कीता है, ਉਹੀ एड्रैस तुसीं इस दे विच मैंशन करना है। 13वां क्वेश्चन, whom does your spouse live with। सो ਇਹ ट्रिकी हो जाता कई बार क्वेश्चन, ਜਿਹੜਾ भी ਤੁਹਾਡਾ ਹਸਬੈਂਡ ਵਾਈਫ ਜਿੱਥੇ ਵੀ ਰਹਿ ਰਿਹਾ, ਜੋ ਆਪਣੇ ਫਰੈਂਡਸ ਨਾਲ ਰਹਿ ਰਿਹਾ ਜਾਂ ਰਹਿ ਰਹੀ ਹੈ ਉਹ ਦੱਸਣਾ ਹੈ, ਜੋ ਇਕੱਲੀ ਰਹਿ ਰਹੀ ਹੈ ਤੁਸੀਂ ਉਹ ਦੱਸਣਾ ਹੈ। ਸੋ ਇਸ ਜਿਹੜੀ ਇੰਟਰਵਿਊ ਦੇ ਕੁਐਸਚਨਸ ਦਾ ਮਤਲਬ ਇਹੀ ਹੈ ਕਿ ਤੁਸੀਂ ਪਹਿਲਾਂ ਪ੍ਰਪੇਅਰ ਹੋ ਕੇ ਜਾ ਸਕੋ। ਇਹ ਨਾ ਹੋਵੇ ਐਵਰੀਥਿੰਗ ਜਿਹੜੀ ਉੱਥੇ ਤੁਹਾਨੂੰ ਪੁੱਛੀ ਜਾਵੇ ਉਹ ਤੁਹਾਡੇ ਲਈ ਇੱਕ ਨਿਊ ਚੀਜ਼ ਹੋਵੇ ਤੇ ਤੁਹਾਨੂੰ ਪਤਾ ਹੀ ਕੁਛ ਨਾ ਲੱਗੇ, ਤੇ ਮੋਸਟ ਆਫ ਦਾ ਟਾਈਮਸ ਹੁੰਦਾ ਇਸ ਤਰ੍ਹਾਂ ਹੀ। 14ਵਾਂ ਕੁਐਸਚਨ, ਵੇਅਰ ਆਰ ਯੂ ਗੋਇੰਗ ਟੂ ਲਿਵ ਵੈਨ ਯੂ ਗੋ ਟੂ ਕੈਨੇਡਾ। ਉਹਨਾਂ ਨੇ ਇਹਦੇ ਵਿੱਚ ਤੁਹਾਡਾ ਪਲਾਨ ਪੁੱਛਿਆ ਕਿ ਤੁਸੀਂ ਕਿੱਥੇ ਰਹੋਗੇ ਜਦੋਂ ਤੁਸੀਂ ਕੈਨੇਡਾ ਜਾਓਗੇ, ਤੇ ਆਫਕੋਰਸ ਤੁਸੀਂ ਉਹੀ ਐਡਰੈਸ ਦੱਸਣਾ ਜਿਹੜਾ ਐਪਲੀਕੇਸ਼ਨ 'ਚ ਮੈਂਸ਼ਨ ਕੀਤਾ, ਜਿਹੜਾ ਤੁਹਾਡਾ ਸਪਾਊਸ ਦਾ ਐਡਰੈਸ ਹੈ, ਜਾਂ ਤੁਹਾਡਾ ਫਰਦਰ ਕੋਈ ਪਲਾਨ ਹੈਗਾ ਮੂਵ ਹੁੰਦਾ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ। ਬਟ ਮੋਸਟ ਆਫ ਦਾ ਕੇਸਿਸ ਦੇ ਵਿੱਚ ਉਹੀ ਐਡਰੈਸ ਦੱਸੋ ਜਿੱਥੇ ਤੁਸੀਂ ਕਰੰਟਲੀ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਰਿਜ਼ਾਈਡ ਕਰ ਰਿਹਾ, ਉਹਦੇ ਨਾਲ ਹੀ ਤੁਸੀਂ ਰਹਿਣਾ ਜਾ ਕੇ। 15ਵਾਂ ਕੁਐਸਚਨ, ਵਟ ਹੀ ਸ਼ੀ ਡੂਇੰਗ ਨਾਓ। ਸੋ ਉਹ ਐਟ ਦ ਕਰੰਟ ਮੂਮੈਂਟ ਕੀ ਕਰ ਰਿਹਾ, ਉਹ ਸਟੱਡੀ ਕਰ ਰਿਹਾ, ਉਹ ਵਰਕ ਕਰ ਰਿਹਾ। ਜੇ ਉਹ ਸਟੱਡੀ ਕਰ ਰਿਹਾ ਤਾਂ ਤੁਸੀਂ ਉਹ ਦੱਸਣਾ ਕਿਹੜੇ ਕਾਲਜ ਦੇ ਵਿੱਚ, ਕਿਹੜੇ ਸਮੈਸਟਰ ਦੇ ਵਿੱਚ, ਜੇ ਕੰਮ ਕਰ ਰਿਹਾ ਕਿੱਥੇ ਕੰਮ ਕਰ ਰਿਹਾ, ਕਿਹੜੀ ਜਿਹੜੀ ਆਕੂਪੇਸ਼ਨ ਹੈ ਉਹਨਾਂ ਦੀ, ਤੇ ਕੀ ਐਡਰੈਸ ਹੈ ਉਹਦੇ ਇੰਪਲੋਇਰ ਦਾ, ਇਹ ਦੱਸਣਾ ਹੈ। 16ਵਾਂ ਕੁਐਸਚਨ, ਵਟਸ ਫੋਨ ਨੰਬਰ, ਈਮੇਲ। ਸੋ ਇਹਦੇ ਵਿੱਚ ਤੁਹਾਡੇ ਸਪਾਊਸ ਦਾ ਫੋਨ ਨੰਬਰ ਤੇ ਈਮੇਲ ਕੀ ਹੈ ਉਹ ਤੁਹਾਨੂੰ ਦੱਸਣਾ ਪਏਗਾ। 17th ਕੁਐਸਚਨ ਥੋੜਾ ਜਿਹਾ ਲੌਂਗ ਹੈ, ਸਮਝਿਓ ਜ਼ਰੂਰ। Personal life of sponsor, school, colleges, courses, work and all important dates such as date of moving to Canada, date of leaving Canada, entering Canada। So ਇਹਨੂੰ ਤੁਸੀਂ ਫਰਦਰ 4-5 ਕੁਐਸਚਨਸ ਚ ਡਿਵਾਈਡ ਕਰ ਸਕਦੇ ਹੋ ਕਿ ਆਹ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਰੱਟੀ ਹੋਣੀ ਚਾਹੀਦੀ ਆ ਕਿ ਕਦੋਂ ਤੁਹਾਡੀ ਜਿਹੜੀ ਮੇਨ ਇਵੈਂਟਸ ਹੋਏ, ਜਿੱਦਾਂ ਮੈਰਿਜ ਵਗੈਰਾ ਕਦੋਂ ਹੋਈ ਤੁਹਾਡੀ, ਕਦੋਂ ਤੁਸੀਂ ਪਹਿਲੀ ਵਾਰ ਮਿਲੇ, ਫਿਰ ਕਦੋਂ ਤੁਹਾਡੀ ਸੈਰੀਮੋਨੀਜ਼ ਹੋਈਆਂ, ਸਕੂਲ ਕਾਲਜ 'ਚ ਕੀ ਕਦੋਂ ਪੜ੍ਹਿਆ, ਫਿਰ ਕਦੋਂ ਤੁਸੀਂ ਮੂਵ ਹੋਏ ਕੈਨੇਡਾ 'ਚ, ਕਦੋਂ ਤੁਸੀਂ ਜੇ ਵਾਪਸ ਆਏ ਹੋ ਕੈਨੇਡਾ ਤੋਂ ਟਰੈਵਲ ਕੀਤਾ, ਉਹਦੀਆਂ ਡੇਟਸ ਯਾਦ ਹੋਣੀਆਂ ਚਾਹੀਦੀਆਂ। ਸੋ ਇਹ ਇੰਪੋਰਟੈਂਟ ਇਨਫੋਰਮੇਸ਼ਨ ਆ। ਇਸ ਦੇ ਨਾਲ ਤੁਸੀਂ ਡਾਕੂਮੈਂਟ ਵੀ ਨਾਲ ਜਿਹੜੇ ਹੈਗੇ, ਜਦੋਂ ਟਰੈਵਲ ਕਰਨਾ, ਮੋਸਟਲੀ ਨਿਊ ਦਿੱਲੀ ਦੇ ਵਿੱਚ ਇੰਟਰਵਿਊ ਹੁੰਦੀ ਹੈ ਜਾਂ ਚੰਡੀਗੜ੍ਹ ਇੰਟਰਵਿਊ ਕਈਆਂ ਦੀ ਹੁੰਦੀ ਹੈ, ਸੋ ਉੱਥੇ ਜਾਣਾ ਹੈ ਜੇ ਤੁਸੀਂ, ਤਾਂ ਤੁਸੀਂ ਪਲੀਜ਼ ਸਾਰੀ ਇਨਫੋਰਮੇਸ਼ਨ ਦੇ ਲਈ ਰਿਵਾਈਜ਼ ਕਰਦੇ ਜਾਣਾ ਆ, ਤਾਂ ਕਿ ਤੁਹਾਨੂੰ ਭੁਲੇਖਾ ਨਾ ਲੱਗੇ, ਜਾਂ ਤੁਸੀਂ ਪਹਿਲਾਂ ਹੀ ਇੰਨਾ ਪ੍ਰਪੇਅਰ ਹੋ ਕੇ ਜਾਣਾ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਆਵੇ। 18th question, 18ਵਾਂ question, her birth date, her education details, her parents, sister info, etc. ਸੋ ਇਹਦੇ ਵਿੱਚ ਡੇਟ ਆਫ ਬਰਥ ਸਪਾਊਸ ਦੀ ਜਿਹੜੀ ਪਹਿਲਾਂ ਵੀ ਕਵਰ ਕੀਤੀ, ਐਜੂਕੇਸ਼ਨ ਡਿਟੇਲਸ, ਉਹਦੇ ਪੇਰੈਂਟਸ ਦੀਆਂ ਐਜੂਕੇਸ਼ਨ ਡਿਟੇਲਸ, ਉਹਨਾਂ ਦੇ ਸਿਬਲਿੰਗਸ ਦੀਆਂ ਐਜੂਕੇਸ਼ਨ ਜਾਂ ਉਹਨਾਂ ਦੀਆਂ ਡੇਟ ਆਫ ਬਰਥ, ਇਹ ਪੁੱਛ ਸਕਦੇ ਆ, ਪਰ ਇੰਨੀ ਡਿਟੇਲ ਦੇ ਵਿੱਚ ਬਹੁਤ ਘੱਟ ਜਾਂਦੇ ਆ। ਪਹਿਲੋਂ ਮੇਨਲੀ ਤੁਹਾਡੇ ਸਪਾਊਸ ਤੇ ਤੁਹਾਡੇ ਬਾਰੇ ਜ਼ਿਆਦਾ ਕੁਐਸਚਨਸ ਕੀਤੇ ਜਾਣਗੇ। ਅਗਲਾ ਕੁਐਸਚਨ, ਵੇਅਰ ਡਸ ਯੋਰ ਸਪਾਊਸ ਵਰਕ। ਇਹਦੇ ਵਿੱਚ ਤੁਹਾਡਾ ਸਪਾਊਸ ਕਿੱਥੇ ਕੰਮ ਕਰਦਾ ਉਹ ਕੁਐਸਚਨ ਹੈ। ਕਈ ਕੁਐਸਚਨਸ ਰੈਪੀਟੇਟਿਵ ਵੀ ਹੋ ਸਕਦੇ ਆ, ਸੇਮ ਆਨਸਰ ਹੋ ਸਕਦਾ, ਪਰ ਉਹਨੂੰ ਪੁੱਛਣ ਦਾ ਤਰੀਕਾ ਵੱਖਰਾ ਹੋ ਸਕਦਾ ਉਹਨਾਂ ਦਾ, ਸੋ ਕਨਫਿਊਜ਼ ਨਹੀਂ ਹੋਣਾ ਕਦੇ ਵੀ ਤੁਸੀਂ। 20th ਕੁਐਸਚਨ, what is the name of the company, what position does your spouse hold, how long has your spouse worked there। ਸੋ ਕੰਪਨੀ ਦਾ ਨਾਮ ਕੀ, ਜਿੱਥੇ ਕੰਮ ਕਰਦੇ ਆ, ਕੀ ਆਕੂਪੇਸ਼ਨ ਹੋਲਡ ਕਰਦੇ ਤੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਆ ਉੱਥੇ। 21st ਕੁਐਸਚਨ, what does the job entail। ਬਹੁਤ ਇੰਪੋਰਟੈਂਟ, ਬਹੁਤ ਹੀ ਮੇਜਰ ਕੁਐਸਚਨ, ਇੰਪੋਰਟੈਂਟ ਕਰ ਲਓ ਇਹਨੂੰ। ਜੇ ਤੁਹਾਡਾ ਸਪਾਊਸ PGWP ਤੇ ਆ ਜਾਂ ਕਿਸੇ LMI ਵਰਕ ਪਰਮਿਟ ਤੇ ਆ, ਤਾਂ ਇਹਦਾ ਮਤਲਬ ਹੈ ਕਿ ਜਿਹੜੀ ਉਹਨਾਂ ਦੀ ਜੌਬ ਆ ਉਹ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਆ, ਕੀ ਕਰਦੇ ਆ ਉੱਥੇ, ਉਹਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। 22nd ਕੁਐਸਚਨ, ਡਸ ਯੂਰ ਸਪਾਊਸ ਲਾਈਕ ਹਿਜ਼ ਔਰ ਹਰ ਜੌਬ। ਕੀ ਤੁਹਾਡਾ ਸਪਾਊਸ ਜਿਹੜਾ ਕੈਨੇਡਾ ਦੇ ਵਿੱਚ ਆਪਣੀ ਜੌਬ ਲਾਈਕ ਕਰਦਾ ਜਾਂ ਨਹੀਂ। ਇਹਦੇ ਵਿੱਚ ਤੁਸੀਂ ਕਹਿਣਾ ਆ ਕਿ ਜੌਬ ਲਾਈਕ ਕਰਦੇ ਆ, ਕਿਉਂਕਿ ਇਹਦੇ ਵਿੱਚ ਨਾ ਵਾਲੀ ਗੱਲ ਬਿਲਕੁਲ ਨਹੀਂ ਰੱਖਣੀ, ਕਿਉਂਕਿ ਜੌਬ ਅਫਕੋਰਸ ਲਾਈਕ ਕਰਦੇ, ਜਿਹੜੀ ਵੀ ਜੌਬ ਤੁਹਾਡਾ ਲਾਈਵਲੀਹੁੱਡ ਪੇ ਆਫ ਕਰਦੀ ਆ, ਅਫਕੋਰਸ ਤੁਹਾਨੂੰ ਅੱਛੀ ਲੱਗਣੀ ਚਾਹੀਦੀ ਹੈ। ਅਗਲਾ ਕੁਐਸਚਨ ਮੇਨ, what is the salary of your spouse। ਤੁਹਾਡੇ ਸਪਾਊਸ ਦੀ ਸੈਲਰੀ ਕੀ ਆ। ਸੋ ਇਹ ਤੁਸੀਂ ਜੇ ਪਰ ਆਵਰ ਦੱਸਣੀ ਆ, ਵੀਕਲੀ ਦੱਸਣੀ ਆ, ਬਾਈ ਵੀਕਲੀ ਦੱਸਣੀ ਆ, ਮੰਥਲੀ ਦੱਸਣੀ ਹੈ ਜਾਂ ਐਨੂਅਲੀ ਦੱਸਣੀ ਹੈ, ਤੁਹਾਡੀ ਮਰਜ਼ੀ ਆ, ਪਰ ਇਸ ਨੂੰ ਦੱਸਣਾ ਪ੍ਰੋਪਰਲੀ ਹੈ, ਜੋ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਜਾਂ ਉਹਦੇ ਡਾਕੂਮੈਂਟਸ ਜੋ ਐਕਸਪਲੇਨ ਕਰਦੇ, ਜੋ ਦੱਸਦੇ ਆ। 24th ਕੁਐਸਚਨ, ਪਲੀਜ਼ ਐਕਸਪਲੇਨ ਦ ਟਾਈਪ ਆਫ ਰਿਲੇਸ਼ਨਸ਼ਿਪ ਯੂ ਹੈਵ ਹੈਡ ਸਿੰਸ ਯੂਰ ਫਸਟ ਮੀਟਿੰਗ। ਸੋ ਪਹਿਲੀ ਮੁਲਾਕਾਤ ਤੋਂ ਬਾਅਦ ਜਿੱਦਾਂ ਦਾ ਤੁਹਾਡਾ ਦੋਵਾਂ ਦਾ ਰਿਲੇਸ਼ਨ ਹੈ ਉਹਨੂੰ ਐਕਸਪਲੇਨ ਕਰੋ। ਤਾਂ ਇਸ ਨੂੰ ਤੁਸੀਂ ਜਿਹੜੀ ਵੀ ਰਿਲੇਸ਼ਨਸ਼ਿਪ ਜਿਸ ਤਰ੍ਹਾਂ ਵੀ ਤੁਹਾਡੀ ਰਹੀ ਆ, ਚੰਗੀ ਰਹੀ ਆ, ਉਹ ਸਾਰੀ ਤੁਸੀਂ ਦੱਸਣੀ ਹੈ। ਜੇ ਥੋੜੀ ਬਹੁਤੀ ਕਦੀ ਕਦੀ
ਮਾੜਾ ਮੋਟਾ ਲੜਾਈ ਝਗੜਾ ਵੀ ਹੋ ਜਾਂਦਾ ਥੋੜਾ ਬਹੁਤਾ, ਉਹ ਵੀ ਤੁਸੀਂ ਜ਼ਰੂਰ ਦੱਸਣਾ। ਇਦਾਂ ਨਹੀਂ ਕਰਨਾ ਕਿ ਬਹੁਤ ਸਾਡੇ 'ਚ ਸਿਰਫ ਪਿਆਰ ਹੀ ਪਿਆਰ ਹੈ, ਕਿਉਂਕਿ ਹਰ ਇੱਕ ਅੱਛੇ ਰਿਲੇਸ਼ਨਸ਼ਿਪ ਦੇ ਵਿੱਚ ਲੜਾਈ ਵੀ ਹੁੰਦੀ ਆ। ਸੋ ਪ੍ਰੋਪਰਲੀ ਐਕਸਪਲੇਨ ਕਰਨਾ ਇਹਨੂੰ। ਤੁਸੀਂ 2-3 ਲਾਈਨਾਂ ਦੇ ਨਾਲ ਐਕਸਪਲੇਨ ਕਰ ਸਕਦੇ ਹੋ ਕਿ ਮੇਰਾ ਜਿਹੜਾ ਰਿਲੇਸ਼ਨਸ਼ਿਪ ਹੈ ਬਹੁਤ ਵਧੀਆ ਰਿਹਾ ਜਦੋਂ ਦਾ ਮੈਂ ਪਹਿਲੀ ਵਾਰੀ ਉਹਨੂੰ ਮਿਲਿਆ ਜਾਂ ਮਿਲੀ ਆ। ਸੋ ਅਸੀਂ ਬਹੁਤ ਕੁਝ ਇਕੱਠੇ ਕੀਤਾ ਆ ਐਂਡ ਅਸੀਂ ਮੈਰਿਜ ਕਰਵਾਈ ਆ। ਮੈਰਿਜ ਤੋਂ ਬਾਅਦ ਸਾਡਾ ਰਿਲੇਸ਼ਨਸ਼ਿਪ ਇਸ ਤਰ੍ਹਾਂ ਦਾ ਰਿਹਾ ਆ ਤੇ ਅਸੀਂ ਸਾਰਿਆਂ ਨਾਲ ਬਹੁਤ ਵਧੀਆ। ਸੋ ਇਸ ਤਰ੍ਹਾਂ ਕਰਕੇ ਇਹਨੂੰ 3-4 ਲਾਈਨਾਂ ਦੇ ਵਿੱਚ ਡਿਵੈਲਪ ਕਰਕੇ ਤੁਸੀਂ ਉਹਨਾਂ ਨੂੰ ਦੱਸ ਦੇਣਾ ਆ। 25ਵਾਂ ਕੁਐਸਚਨ, ਵਾਟ ਇਜ਼ ਯੋਰ ਸਪਾਊਸ ਰਿਲੀਜਨ? ਬਹੁਤ ਮੇਜਰ ਕੁਐਸਚਨ। ਕਿਉਂ? ਇਹਨੂੰ ਮੈਂ ਥੋੜਾ ਜਿਹਾ ਐਕਸਪਲੇਨ ਇਸ ਲਈ ਕਰਦਾ, ਜੇ ਤੇ ਕੋਈ ਵੀ ਰੌਲਾ ਨਹੀਂ ਆ ਯਾਨੀ ਕਿ ਤੁਹਾਡਾ ਨਾਰਮਲ ਹੈ ਸਾਰਾ ਕੁਝ। ਵੈਸੇ ਤੇ ਇਹ ਕੁਐਸਚਨ IRCC ਆਫਿਸਰਸ ਬਹੁਤ ਘੱਟ ਪੁੱਛਦੇ ਆ, ਪਰ ਫਿਰ ਵੀ ਇੰਡੀਆ ਵਾਲੇ ਕਈ ਵਾਰੀ ਪੁੱਛ ਲੈਂਦੇ ਆ। ਜੇ ਤੁਹਾਡੀ ਕੋਈ ਇੰਟਰਕਾਸਟ ਮੈਰਿਜ ਆ ਜਾਂ ਤੁਹਾਡੀ ਕੋਈ ਰਿਲੀਜੀਅਸ ਡਿਫਰੈਂਸਿਸ ਹੈਗੇ ਆ ਤਾਂ ਕਰਕੇ ਉਹ ਰਿਲੀਜਨ ਪੁੱਛਦੇ ਆ। ਜੇ ਰਿਲੀਜਨ ਡਿਫਰੈਂਟ ਆ ਤਾਂ ਉਹ ਅੱਗੇ ਜਾ ਕੇ ਘੁਮਾ ਵੀ ਸਕਦੇ ਆ ਤੁਹਾਡੀ ਗੱਲ ਨੂੰ। ਸੋ ਉਹ ਵੀ ਤੁਸੀਂ ਧਿਆਨ ਰੱਖਣਾ ਆ। ਅਗਲਾ ਕੁਐਸਚਨ 26th, when you and your spouse were dating, what would you do together? ਸੋ ਇਹਦੇ ਵਿੱਚ ਤੁਸੀਂ ਤੇ ਤੁਹਾਡੇ ਸਪਾਊਸ ਜਦੋਂ ਡੇਟ ਕਰਦੇ ਸੀਗੇ ਤੁਸੀਂ ਇਕੱਠੇ ਕੀ ਕਰਦੇ ਸੀਗੇ? ਸੋ ਉਹਦੇ ਵਿੱਚ ਘੁੰਮਦੇ ਫਿਰਦੇ ਸੀਗੇ, ਮੂਵੀਜ਼ ਦੇਖਦੇ ਸੀਗੇ, ਜੇ ਤੁਸੀਂ ਹੋਰ ਕੋਈ ਐਕਟੀਵਿਟੀਜ਼ ਕਰਦੇ ਸੀਗੇ, ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ, ਤੁਸੀਂ ਉਹ ਐਕਸਪਲੇਨ ਕਰ ਸਕਦੇ ਹੋ। 27th ਕੁਐਸਚਨ, ਡੂ ਯੂ ਹੈਵ ਐਨੀ ਹੌਬੀਜ਼? ਸੋ ਤੁਹਾਡੀਆਂ ਕੋਈ ਹੌਬੀਜ਼ ਜਿਹੜੀਆਂ ਵੀ ਹੋਣ ਉਹ ਤੁਸੀਂ ਦੱਸਣੀਆਂ ਆ ਕਿ ਪੇਂਟਿੰਗ ਜਾਂ ਕੋਈ ਤੁਸੀਂ ਆਰਟਸ ਲਾਈਕ ਕਰਦੇ ਹੋ ਜਾਂ ਕੋਈ ਸਪੋਰਟ ਲਾਈਕ ਕਰਦੇ ਹੋ, ਕਿਤੇ ਜਾਣਾ, ਖਾਣਾ ਪੀਣਾ, ਕੁਝ ਵੀ ਤੁਸੀਂ ਦੱਸ ਸਕਦੇ ਹੋ। ਪਰ ਤੁਸੀਂ ਸੇਮ ਐਪਲੀਕੇਸ਼ਨ ਦੇ ਵਿੱਚ ਦੱਸੀਆਂ ਉਹ ਸੇਮ ਦੱਸਣੀਆਂ ਪੈਣਗੀਆਂ। ਜੇ ਨਹੀਂ ਦੱਸੀਆਂ ਫਿਰ ਤੁਸੀਂ ਇਹਨੂੰ ਪਹਿਲਾਂ ਪ੍ਰਪੇਅਰ ਕਰਕੇ ਜਾ ਸਕਦੇ ਹੋ। 28th ਕੁਐਸਚਨ, ਡਸ ਯੋਰ ਸਪਾਊਸ ਹੈਵ ਐਨੀ ਹੌਬੀਜ਼? ਡਿਸਕ੍ਰਾਈਬ ਦੈਮ। ਸੋ ਬੇਸਿਕਲੀ ਇਹਦੇ ਵਿੱਚ ਤੁਹਾਡੀਆਂ ਤੇ ਤੁਹਾਡੇ ਸਪਾਊਸ ਦੋਵਾਂ ਦੀਆਂ ਹੌਬੀਜ਼ ਆ ਜਾਂਦੀਆਂ। ਸੋ ਬੇਸਿਕਲੀ ਦੋਵਾਂ ਨੂੰ ਤੁਸੀਂ 27ਵੇਂ 28ਵੇਂ ਕੁਐਸਚਨ 'ਚ ਦੱਸਣਾ ਹੈ। 29th ਕੁਐਸਚਨ, what type of music do you enjoy? ਤੁਸੀਂ ਪ੍ਰਿੰਸੀਪਲ ਐਪਲੀਕੈਂਟ ਕਿਵੇਂ ਦਾ ਮਿਊਜ਼ਿਕ ਇੰਜੋਏ ਕਰਦਾ ਹੈ? ਪੰਜਾਬੀ, ਹਿੰਦੀ, ਕਲਾਸਿਕ, ਜਿਸ ਤਰ੍ਹਾਂ ਦਾ ਵੀ, ਇੰਗਲਿਸ਼, ਹਿਪ ਹੌਪ, ਉਹ ਤੁਸੀਂ ਦੱਸਣਾ ਹੈ ਇਸ ਕੁਐਸਚਨ ਦੇ ਆਨਸਰ ਦੇ ਰੂਪ ਦੇ ਵਿੱਚ। 30th ਕੁਐਸਚਨ, what type of music does your spouse enjoy? ਹੁਣ ਤੁਹਾਡਾ ਜਿਹੜਾ ਹਸਬੈਂਡ ਵਾਈਫ ਉਹ ਕਿੱਦਾਂ ਦੇ ਮਿਊਜ਼ਿਕ ਇੰਜੋਏ ਕਰਦਾ? ਸੋ ਇਹ ਕੁਐਸਚਨਸ ਪੁੱਛਣ ਦਾ ਉਹਨਾਂ ਦਾ ਮੇਨ ਮਕਸਦ ਇਹ ਰਹਿੰਦਾ ਹੈ ਕਿ ਅਸੀਂ ਲਾਈਕਸ ਡਿਸਲਾਈਕਸ ਦੋਵਾਂ ਦੇ ਦੇਖੀਏ ਕਿ ਕਿੰਨੇ ਕੁ ਡਿਫਰੈਂਟ ਆ। 31st ਕੁਐਸਚਨ, ਤੇ ਜੇ ਤੁਹਾਨੂੰ ਇਹ ਨਹੀਂ ਪਤਾ ਇਹ ਚੀਜ਼ਾਂ ਦਾ, ਮੰਨ ਲਓ ਤੁਹਾਨੂੰ ਮਿਊਜ਼ਿਕ ਹੀ ਨਹੀਂ ਪਤਾ ਉਹ ਕਿਹੜਾ ਇੰਜੋਏ ਕਰਦਾ, ਉੱਥੋਂ ਹੀ ਉਹਨਾਂ ਨੇ ਫੜ ਕੇ ਰਿਫਿਊਜ਼ਲ ਦਾ ਠੱਪਾ ਲਾ ਦੇਣਾ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਆ। ਕਿਉਂ ਇਹ ਪੁੱਛਦੇ ਆ? ਕਿਉਂਕਿ ਇਹ ਜੇ ਤੇ ਇਵਨ ਮੈਰਿਜ ਹੋਈ ਹੋਵੇ, ਟਾਈਮ ਹੋ ਗਿਆ ਹੋਵੇ, ਘੱਟ ਡਿਊਰੇਸ਼ਨ ਹੋਈ ਹੋਵੇ ਨਾ, ਤਾਂ ਹੀ ਰਿਫਿਊਜ਼ਲ ਜ਼ਿਆਦਾ ਮਿਲਦੀ ਹੈ, ਕਿਉਂਕਿ ਇਹ ਚੀਜ਼ਾਂ ਦਾ ਨਹੀਂ ਪਤਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਜੈਨੂਇਨ ਰਿਲੇਸ਼ਨਸ਼ਿਪ ਹੈਗਾ ਵੀ ਆ ਕਿ ਨਹੀਂ, ਅੱਗੇ ਜਾ ਕੇ ਗੈਟ ਅਲੋਂਗ ਹੋਣਗੇ ਵੀ ਜਾਂ ਨਹੀਂ। 31st ਕੁਐਸਚਨ, what kind of movies do you enjoy? ਤੁਸੀਂ ਕਿਸ ਤਰ੍ਹਾਂ ਦੀਆਂ ਮੂਵੀਜ਼ ਇੰਜੋਏ ਕਰਦੇ ਹੋ? 32nd ਕੁਐਸਚਨ, what kind of movies does your spouse enjoy? ਤੁਹਾਡਾ ਹੁਣ ਸਪਾਊਸ ਕਿਸ ਤਰ੍ਹਾਂ ਦੀਆਂ ਮੂਵੀਜ਼ ਇੰਜੋਏ ਕਰਦਾ? ਸੋ ਇਹਨਾਂ ਦੋਵਾਂ ਕੁਐਸਚਨ ਦੇ ਵਿੱਚ ਫਿਰ ਸਿਮਿਲੈਰਿਟੀ ਉਹਨਾਂ ਨੇ ਦੇਖਣੀ ਹੈ। 33rd ਕੁਐਸਚਨ, what kind of books do you read? And 34th question, what kind of books does your spouse read? ਜੇ ਤੁਸੀਂ ਬੁੱਕਸ ਦਾ ਸ਼ੌਂਕ ਰੱਖਦੇ ਹੋ, ਤੁਸੀਂ ਕਿਸ ਤਰ੍ਹਾਂ ਦੀਆਂ ਬੁੱਕਸ ਪਸੰਦ ਕਰਦੇ ਹੋ ਤੇ ਤੁਹਾਡਾ ਸਪਾਊਸ ਕਿਸ ਤਰ੍ਹਾਂ ਦੀਆਂ ਬੁੱਕਸ ਪਸੰਦ ਕਰਦਾ ਹੈ। 35th question, have you and your spouse ever exchanged gifts? Explain. ਸੋ ਕਦੀ ਤੁਸੀਂ ਤੇ ਤੁਹਾਡੇ ਸਪਾਊਸ ਹਸਬੈਂਡ ਵਾਈਫ ਨੇ ਗਿਫਟਸ ਇੱਕ ਦੂਜੇ ਨੂੰ ਦਿੱਤੇ ਆ? ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਜੇ ਤੁਸੀਂ ਦਿੱਤੇ ਆ ਉਹਦੀ ਵੀ ਲਿਸਟ ਬਣਾ ਕੇ ਰੱਖਿਓ। ਜੇ ਤੁਸੀਂ ਐਪਲੀਕੇਸ਼ਨ 'ਚ ਦੱਸੀ ਹੈ ਚੀਜ਼ ਤਾਂ ਪਲੀਜ਼, ਜੇ ਤੁਸੀਂ ਉਸ ਦੀਆਂ ਡਿਟੇਲਸ ਦਿੱਤੀਆਂ ਹੋਈਆਂ ਤਾਂ ਡਿਟੇਲਸ ਦੇ ਅਕੋਰਡਿੰਗਲੀ ਦੱਸਿਓ। ਐਡੀਸ਼ਨ ਕਰ ਸਕਦੇ ਹੋ ਤੁਸੀਂ, ਪਰ ਇਹ ਨਾ ਹੋਵੇ ਬਿਲਕੁਲ ਜਵਾਬ ਤੁਹਾਡਾ ਬਿਲਕੁਲ ਹੀ ਉਹ A ਵਾਲੇ ਬੰਨੇ ਤੁਸੀਂ ਲਿਖਿਆ ਹੋਵੇ ਤੇ ਜਾਂ ਤੁਸੀਂ B ਬੰਨੇ ਰਹੇ ਹੋਵੋ। ਇਹ ਪਲੀਜ਼ ਇਹ ਕੰਮ ਨਹੀਂ ਕਰਨਾ। ਸੋ ਗਿਫਟਸ ਬਾਰੇ ਜੇ ਤੁਸੀਂ ਦੱਸਿਆ ਹੈ, ਤੁਹਾਨੂੰ ਪਤਾ, ਪੂਰੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ। 36th ਕੁਐਸਚਨ, when and where did the marriage proposal take place? ਵੈਰੀ ਇੰਪੋਰਟੈਂਟ। ਸੋ ਇਹਦੇ ਵਿੱਚ ਕੀ ਹੈ, ਜੇ ਲਵ ਮੈਰਿਜ ਆ, ਯੂਜਲੀ ਕੈਨੇਡਾ ਦੇ ਵਿੱਚ ਕੀ ਹੁੰਦਾ ਹੈ ਕਿ ਪਹਿਲੋਂ ਕਪਲਸ ਡੇਟ ਕਰਦੇ ਆ, ਉਸ ਤੋਂ ਬਾਅਦ ਪ੍ਰਪੋਜ਼ ਕਰਦੇ ਆ, ਉਹ ਪ੍ਰਪੋਜ਼ਲ ਡੇਟ ਪੁੱਛਣਾ ਚਾਹੁੰਦੇ ਆ। ਪਰ ਇੰਡੀਆ ਦੇ ਵਿੱਚ ਜੇ ਹੋਰ ਤਰੀਕੇ ਦੇ ਨਾਲ ਹੋਇਆ ਹੈ ਸਾਰਾ ਕੁਝ, ਲਵ ਮੈਰਿਜ ਨਹੀਂ ਹੈ, ਅਰੇਂਜ ਮੈਰਿਜ ਸੀਗੀ। ਕਦੋਂ ਮੁੰਡੇ ਨੇ ਤੁਹਾਨੂੰ ਪ੍ਰਪੋਜ਼, ਰਿੰਗ ਪਾਇਆ, ਅੰਗੇਜਮੈਂਟ ਕੀਤੀ, ਉਹ ਸਾਰੀਆਂ ਡਿਟੇਲਸ ਤੁਸੀਂ ਇਸ ਦੇ ਵਿੱਚ ਦੇਣੀਆਂ। ਸੋ ਇਟ ਸ਼ੁੱਡ ਬੀ ਵੈਰੀ ਸ਼ਾਰਟ ਐਂਡ ਸਪੈਸੀਫਿਕ। 37th ਕੁਐਸਚਨ, ਵਾਸ ਯੂਅਰ ਮੈਰਿਜ ਅਰੇਂਜਡ? ਕੀ ਤੁਹਾਡੀ ਮੈਰਿਜ ਅਰੇਂਜ ਸੀਗੀ? ਬਹੁਤ ਇੰਪੋਰਟੈਂਟ ਕੁਐਸਚਨ। ਬਹੁਤ ਸਾਰੇ ਕਪਲਸ ਦੀ ਅਰੇਂਜ ਮੈਰਿਜ ਹੁੰਦੀ ਹੈ। ਜੇ ਅਰੇਂਜ ਆ, ਇਹਨੂੰ ਯੈਸ ਨੋ ਦੇ ਵਿੱਚ ਆਨਸਰ ਕਰਨਾ ਹੈ ਤੁਸੀਂ। 38th, if it was arranged, describe how it was arranged and by whom? ਇਹ ਜਿਹੜੇ ਕੁਐਸਚਨਸ ਆ ਨਾ,
ਇਹ ਸਪਾਊਸਲ ਸਪਾਂਸਰਸ਼ਿਪ ਜਦੋਂ ਇੱਕ ਪੱਕੇ ਤੌਰ ਤੇ ਬੰਦਾ ਕਿਸੇ ਨੂੰ ਆਪਣੇ ਸਪਾਊਸ ਨੂੰ ਸਪਾਂਸਰ ਕਰਦਾ, ਇੱਕ ਪੀਆਰ ਜਾਂ ਸਿਟੀਜ਼ਨ ਬੰਦਾ ਕੈਨੇਡਾ ਤੋਂ, ਉਹਦੇ ਵਿੱਚ ਵੀ ਸੇਮ ਤਰ੍ਹਾਂ ਦੇ ਕੁਐਸਚਨ ਆਉਂਦੇ ਆ। ਤੇ ਜਦੋਂ ਤੁਸੀਂ, ਜੇ ਤੁਹਾਡਾ ਸਪਾਊਸਲ ਓਪਨ ਵਰਕ ਪਰਮਿਟ ਲੱਗ ਜਾਂਦਾ, ਕਿਉਂ ਅੱਗੇ ਜਾ ਕੇ ਜੇ ਤੁਸੀਂ ਸਪਾਊਸਲ ਸਪਾਂਸਰਸ਼ਿਪ ਕਰਦੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਚੀਜ਼ਾਂ ਕਰਕੇ, ਕਿਉਂਕਿ ਇਹ ਜੇ ਇੰਟਰਵਿਊਜ਼ ਪੈ ਜਾਂਦੀਆਂ ਆ, ਆਲਰੇਡੀ ਤੁਹਾਡੀ ਡਿਊ ਡਿਲੀਜੈਂਸ ਹੋ ਗਈ ਆ, ਅੱਗੇ ਜਾ ਕੇ ਬਹੁਤ ਘੱਟ ਆ ਉਹਨਾਂ ਨੂੰ ਜਿਹੜਾ ਇਹਨਾਂ ਕੁਐਸਚਨਸ ਪੁੱਛਣ ਦੀ ਲੋੜ ਪਵੇ, ਕਿਉਂਕਿ ਆਲਰੇਡੀ ਵੀਜ਼ਾ ਅਫਸਰ ਨੇ ਤੁਹਾਡੇ ਰਿਲੇਸ਼ਨਸ਼ਿਪ ਨੂੰ ਯੈਸ ਕੀਤੀ ਹੋਈ ਆ। ਸੋ ਇਸ ਦਾ ਆਨਸਰ ਤੁਸੀਂ ਦੇਣਾ ਆ ਕਿਵੇਂ ਅਰੇਂਜ ਕੀਤੀ ਤੁਹਾਡੀ, ਜੇ ਕੋਈ ਤੁਸੀਂ ਵਿੱਚ ਮੀਡੀਏਟਰ ਪਾਇਆ ਹੈ, ਕੋਈ ਵਿਚੋਲਾ ਪਾਇਆ ਹੈ, ਉਹਦੀ ਜਾਣਕਾਰੀ ਦੇਣੀ ਹੈ, ਪਰ ਦੱਸਣਾ ਉਹ ਕੁਛ ਹੈ ਜੋ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ। ਇਹ ਨਾ ਹੋਵੇ ਐਪਲੀਕੇਸ਼ਨ ਦੇ ਵਿੱਚ ਕੁਝ ਹੋਰ ਹੋਣ ਡਿਆ ਆ, ਤੁਸੀਂ ਇੱਥੇ ਵਿਚੋਲਾ ਦੱਸੀ ਜਾਓ, ਉਹਦੇ ਵਿੱਚ ਤੁਹਾਡੀ ਲਵ ਮੈਰਿਜ ਦੱਸੀ ਹੋਵੇ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ। ਸਿੱਧੀ ਰਿਫਿਊਜ਼ਲ ਹੈ। ਕੇਸ ਨੋਟ ਦੇ ਵਿੱਚ ਬਹੁਤ ਵੱਡੇ ਨੋਟਸ ਬਣਾ ਕੇ ਦਿੰਦੇ ਆ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ। ਅਗਲਾ ਕੁਐਸਚਨ, did you have a ceremony such as roka, ring, engagement celebrating your relationship? Again very important details। ਇਹ ਫਿਰ ਜਿਹੜੀਆਂ ਡਿਟੇਲਸ ਹੈ ਸਾਰੀਆਂ ਤੁਹਾਨੂੰ ਡੇਟਸ ਯਾਦ ਰਹਿਣੀਆਂ ਚਾਹੀਦੀਆਂ ਆ ਕਿ ਤੁਹਾਡੀ ਰੋਕਾ, ਰਿੰਗ, ਅੰਗੇਜਮੈਂਟ, ਵੈਡਿੰਗ, ਹੋਰ ਵੀ ਜਿਹੜੀਆਂ ਹਰ ਇੱਕ ਧਰਮ ਦੇ ਅਕੋਰਡਿੰਗਲੀ ਡਿਫਰੈਂਟ ਸੈਰੀਮੋਨੀਜ਼ ਹੁੰਦੀਆਂ, ਉਹ ਕਿਵੇਂ ਤੇ ਕਿੱਥੇ ਹੋਈਆਂ ਤੇ ਕਿੰਨੀ ਡੇਟ ਨੂੰ ਹੋਈਆਂ, ਸਾਰਾ ਕੁਝ ਤੁਹਾਨੂੰ ਸ਼ਾਰਟ ਐਂਡ ਸਪੈਸੀਫਿਕਲੀ ਯਾਦ ਹੋਣਾ ਚਾਹੀਦਾ। 40th ਕੁਐਸਚਨ, ਵੇਅਰ ਵਾਜ਼ ਇਟ ਹੈਲਡ? ਸੋ ਉਹੀ ਕਿੱਥੇ ਹੋਈਆਂ ਇਹ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ। ਵੈਨ ਵਾਜ਼ ਇਟ ਹੈਲਡ? ਕਦੋਂ ਹੋਈਆਂ, ਡੇਟ ਦੀ ਜਾਣਕਾਰੀ ਹੋਣੀ ਚਾਹੀਦੀ ਹੈ। 42nd ਕੁਐਸਚਨ, ਡਿਸਕ੍ਰਾਈਬ ਦਾ ਸੈਰੀਮੋਨੀ। ਸੋ ਇਹ ਸੈਰੀਮੋਨੀ ਉਹਨਾਂ ਨੇ ਇੱਕ ਕਹੀ ਹੈ, ਵੈਸੇ ਉਹ ਤੁਹਾਨੂੰ ਸੈਰੀਮੋਨੀਜ਼ ਵੀ ਕਹਿ ਸਕਦੇ ਆ, ਤੇ ਸੈਰੀਮੋਨੀ ਜੇ ਇੱਕ ਕਹਿੰਦੇ ਆ, ਕਾਈਂਡਲੀ ਇੱਕ ਦੋ ਨੂੰ ਐਕਸਪਲੇਨ ਕਰਕੇ ਬਾਅਦ ਚ ਤੁਸੀਂ ਵੀ ਪੁੱਛ ਸਕਦੇ ਹੋ, ਸਰ ਔਰ ਮੈਡਮ ਵਿਚ ਸੈਰੀਮੋਨੀ ਯੂ ਵਾਂਟ ਮੀ ਟੂ ਐਕਸਪਲੇਨ, ਕਿਹੜੀ ਸੈਰੀਮੋਨੀ ਬਾਰੇ ਤੁਸੀਂ ਪੁੱਛ ਰਹੇ ਹੋ, ਮੈਂ ਤੁਹਾਨੂੰ ਐਗਜ਼ੈਕਟ ਉਹਦੀ ਜਾਣਕਾਰੀ ਦੇ ਸਕਦਾ। 43rd ਕੁਐਸਚਨ, ਡਿਡ ਇਟ ਕਨਫਰਮ ਟੂ ਯੂਰ ਓਨ ਰਿਲੀਜੀਅਸ ਐਂਡ ਕਲਚਰਲ ਬਲੀਫਸ? ਐਕਸਪਲੇਨ। ਕੀ ਜੇ ਤੁਸੀਂ ਸਿੱਖ ਹਿੰਦੂ, ਸਿੱਖ ਹਿੰਦੂ ਕ੍ਰਿਸਚਨ, ਸਿੱਖ ਕ੍ਰਿਸਚਨ, ਸੋ ਜਿਸ ਤਰ੍ਹਾਂ ਵੀ ਜਿੱਦਾਂ ਵੀ ਮੈਰਿਜ ਹੋਈ ਆ, ਕੀ ਤੁਹਾਡੇ ਰਿਲੀਜੀਅਸ ਕਲਚਰਲ ਬਲੀਫਸ ਦੇ ਵਿੱਚ ਇਹ ਚੀਜ਼ ਉਦਾਂ ਹੀ ਹੁੰਦੀ ਹੈ ਜਿੱਦਾਂ ਤੁਹਾਡੀ ਹੋਈ ਹੈ? ਇਹ ਤੁਹਾਨੂੰ ਐਕਸਪਲੇਨ ਕਰਨਾ ਪਏਗਾ। ਸੋ ਇਹਨੂੰ ਵੀ ਤੁਸੀਂ ਬਹੁਤ ਵਧੀਆ ਢੰਗ ਨਾਲ ਜਵਾਬ ਦੇਣਾ ਹੈ, ਤਾਂ ਕਿ ਤੁਸੀਂ ਜਿਹੜਾ ਆ ਉਹ ਤੁਸੀਂ ਜਾਂ ਤੁਸੀਂ ਜਿੱਦਾਂ ਥੋੜਾ ਜਿਹਾ ਸਟੈਮਰ ਹੋ ਕੇ ਨਹੀਂ ਚੀਜ਼ ਨੂੰ ਕਰਨਾ, ਬਹੁਤ ਕੌਨਫੀਡੈਂਟਲੀ ਸਾਰੀਆਂ ਚੀਜ਼ਾਂ ਦੱਸਣੀਆਂ ਹੈ। 44th ਕੁਐਸਚਨ, ਵੈਨ ਡਿਡ ਯੂ ਗੈਟ ਮੈਰਿਡ? ਇਹ ਤੇ ਤੁਹਾਡੀ ਜ਼ੁਬਾਨ ਤੇ ਜਦੋਂ ਉਹਨੇ ਕੁਐਸਚਨ ਖਤਮ ਕੀਤਾ ਨਹੀਂ, ਨਾਲ ਦੀ ਨਾਲ 1 ਸੈਕਿੰਡ ਦੇ ਪੌਜ਼ ਤੋਂ ਪਹਿਲਾਂ ਤੁਸੀਂ ਆਨਸਰ ਦੇਣਾ ਡੇਟ ਆਫ ਮੈਰਿਜ। ਬਹੁਤ ਇੰਪੋਰਟੈਂਟ ਹੈ ਚੀਜ਼, ਜੇ ਉਹਨੇ ਵੇਖਣੀ ਹੈ ਚੀਜ਼ ਵੀਜ਼ਾ ਅਫਸਰ ਨੇ, ਕਿ ਇਹਦੇ ਵਿੱਚ ਯਾਦ ਨਹੀਂ ਕਰਦਾ ਫਿਰਦਾ, ਇਹਦੇ ਵਿੱਚ ਸਟੈਮਰ ਤਾਂ ਨਹੀਂ ਕਰਦਾ ਫਿਰਦਾ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। 44th ਕੁਐਸਚਨ। 45th ਕੁਐਸਚਨ, ਵੇਅਰ ਡਿਡ ਯੂ ਗੈਟ ਮੈਰਿਡ? ਤੁਸੀਂ ਕਿੱਥੇ ਮੈਰਿਡ ਹੋਏ? ਇਹ ਜੇ ਤੁਸੀਂ ਕਿਸੇ ਰਿਜ਼ੋਰਟ ਦੇ ਵਿੱਚ ਹੋਏ ਮੈਰਿਡ, ਉਹਦਾ ਤੁਸੀਂ ਜਵਾਬ ਦੇਣਾ। ਜੇ ਤੁਸੀਂ ਘਰੇ ਮੈਰਿਜ ਕੀਤੀ ਹੈ ਉਹਦਾ ਦੇਣਾ, ਜਾਂ ਜਿਹੜਾ ਵੀ ਵੈਨਿਊ ਆ ਉਹਦੀ ਇਨਫੋਰਮੇਸ਼ਨ ਇਹ ਪੁੱਛ ਰਹੇ ਆ। 45th ਕੁਐਸਚਨ, ਵੇਅਰ ਡਿਡ ਯੂ ਗੈਟ ਮੈਰਿਡ? ਤੁਸੀਂ ਕਿੱਥੇ ਮੈਰਿਡ ਹੋਏ? ਰਿਜ਼ੋਰਟ ਦੀ ਜਿਹੜੀ ਪਲੇਸ ਆ। ਵੈਨ ਡਿਡ ਯੂ ਗੈਟ ਮੈਰਿਡ? ਜਿਸ ਦਿਨ ਤੁਸੀਂ ਉਹ ਡੇਟ ਹੋਏ ਉਹਦੀ ਦੇਣੀ ਆ, ਤੇ ਜਿੱਥੇ ਹੋਏ ਉਹਦੀ ਦੇਣੀ ਆ। 46th ਕੁਐਸਚਨ, who was at the wedding? So who was at the wedding ਜਿਹੜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ, ਕਿਉਂਕਿ ਇਹਦੇ ਵਿੱਚ ਤੁਸੀਂ ਸਾਰਿਆਂ ਜਬ ਬੰਦਿਆਂ ਦੀ ਜਿਹੜੀ ਆ ਉਹ ਜਾਣਕਾਰੀ ਨਹੀਂ ਦੇ ਸਕਦੇ, ਪਰ ਤੁਸੀਂ ਇਸ ਤਰ੍ਹਾਂ ਇਸ ਨੂੰ ਮੋਲਡ ਕਰ ਸਕਦੇ ਹੋ ਕਿ ਮਾਈ ਰਿਲੇਟਿਵ, ਮਾਈ ਪੇਰੈਂਟਸ, ਮਾਈ ਫਰੈਂਡਸ ਸਾਰੇ ਹੀ ਵੈਡਿੰਗ ਤੇ ਸੀਗੇ, ਜਿੰਨੇ ਵੀ ਜਾਣੇ ਉੱਥੇ ਹੈਗੇ ਆ। ਪਰਟੀਕੁਲਰਲੀ ਤੁਸੀਂ ਮੇਨ ਰਿਸ਼ਤੇ ਜ਼ਰੂਰ ਦੱਸਣੇ ਆ, ਜੇ ਤੁਹਾਡੇ ਸਿਬਲਿੰਗਸ, ਤੁਹਾਡੇ ਕਜ਼ਨਸ, ਤੁਹਾਡੇ ਰਿਲੇਟਿਵਸ ਤੇ ਪੇਰੈਂਟਸ ਤੁਹਾਡੇ ਉੱਥੇ ਸੀਗੇ, ਤੁਸੀਂ ਉਹ ਸਾਰਿਆਂ ਦਾ ਜਿਹੜਾ ਵਾ ਜ਼ਿਕਰ ਕਰਨਾ ਹੈ। 47th, what family members were there? So family members ਦੇ ਵਿੱਚ ਤੁਹਾਡੀ ਇਮੀਡੀਏਟ ਫੈਮਿਲੀ ਬਾਰੇ ਪੁੱਛ ਰਹੇ ਆ, ਸਿਬਲਿੰਗਸ ਬਾਰੇ, ਪੇਰੈਂਟਸ ਬਾਰੇ ਉਹਨਾਂ ਨੇ ਵੇਖਣਾ ਹੁੰਦਾ ਕਿ ਉਹਨਾਂ ਨੂੰ ਕੋਈ ਆਪੱਤੀ, ਕੋਈ ਉਹਨਾਂ ਨੂੰ ਜਿਹੜੀ ਕਿੰਤੂ ਪਰੰਤੂ ਤਾਂ ਨਹੀਂ ਸੀ ਹੈਗੀ ਤੁਹਾਡੀ ਮੈਰਿਜ ਤੇ। ਸੋ ਇਹਦੇ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਨਸਰ ਦੇਣਾ। 48th ਕੁਐਸਚਨ, ਹਾਊ ਮੈਨੀ ਪੀਪਲ ਵਰ ਐਟ ਦ ਸੈਰੀਮੋਨੀ? ਸੋ ਇਹ ਚੀਜ਼ ਤੁਸੀਂ ਪ੍ਰਪੇਅਰ ਕਰਕੇ ਜਾਓ। ਐਪਲੀਕੇਸ਼ਨ ਦੇ ਵਿੱਚ ਵੀ ਵੈਸੇ ਇਹ ਚੀਜ਼ ਦੱਸੀ ਦੀ ਅਸੀਂ, ਪਰ ਜੇ ਤੁਸੀਂ ਨਹੀਂ ਦੱਸੀ ਤਾਂ ਕਿੰਨੀ ਗੈਦਰਿੰਗ ਆ, ਕਿੰਨੇ ਬੰਦਿਆਂ ਦੀ, 50 ਦੀ, 100 ਦੀ, 200 ਦੀ, 500 ਦੀ, 1000 ਦੀ, ਇਹ ਤੁਸੀਂ ਦੱਸਣੀ ਆ। ਤੇ ਹੋਰ ਸਪੈਸੀਫਿਕ ਜੇ ਹੋਣਾ ਹੈ ਤੁਸੀਂ ਤਾਂ ਮੈਰਿਜ ਤੇ ਤੁਸੀਂ ਦੱਸੋ ਹੀ ਦੱਸੋ, ਨਾਲ ਤੁਸੀਂ ਦੂਸਰੇ ਜਿਹੜੀ ਸੈਰੀਮੋਨੀਜ਼ ਹੋਈ ਉਸ ਤੇ ਵੀ ਛੋਟਾ ਜਿਹਾ ਆਨਸਰ ਤੁਸੀਂ ਦੇ ਸਕਦੇ ਹੋ ਜੇ ਤੁਹਾਨੂੰ ਯਾਦ ਆਉਂਦਾ ਹੈ। ਬਾਕੀ ਜੇ ਤੁਸੀਂ ਸਟੈਮਰ ਕਰਨਾ ਹੈ, ਯਾਦ ਕਰਕੇ ਬਹੁਤ ਫਿਰ ਦੱਸਣਾ, ਉਹ ਨਾ ਕੰਮ ਕਰੋ, ਸ਼ਾਰਟ ਐਂਡ ਸਪੈਸੀਫਿਕ ਆਨਸਰਸ ਦੇਣੇ ਆ। 49th ਕੁਐਸਚਨ, what day was the ceremony held on? So ceremony ਕਿਸ ਦਿਨ ਹੋਈ? ਸੋ ਇਹਦੇ ਵਿੱਚ ਤੁਹਾਡੀ ਸੈਰੇਮਨੀ ਜਿਹੜੀ ਵੀ ਉਹ ਬਾਰੇ ਪੁੱਛਣਗੇ ਉਹਦੇ ਬਾਰੇ ਦੱਸਣਾ ਹੋਏਗਾ, ਕਿਉਂਕਿ ਜੇ ਲਾਵਾਂ ਲਈਆਂ ਹੁੰਦੀਆਂ ਫਿਰ ਗੁਰਦੁਆਰੇ ਦੇ ਵਿੱਚ ਤੁਸੀਂ ਉਹ ਦੱਸ ਦਿਓ,
ਰੋਕਾ ਜਾਂਦਾ ਉਸ ਬਾਰੇ ਦੱਸ ਦਿਓ, ਇੰਗੇਜਮੈਂਟ ਹੋਈ ਉਸ ਬਾਰੇ ਦੱਸ ਦਿਓ। ਸੋ ਜਿਹੜੀ ਵੀ ਸੈਰੀਮੋਨੀ ਬਾਰੇ ਉਹ ਪੁੱਛਦੇ ਉਹਦੇ ਬਾਰੇ ਤੁਹਾਨੂੰ ਪ੍ਰੋਪਰ ਜਵਾਬ ਦੇਣਾ ਪੈਣਾ ਹੈ। ਹੂ ਪਰਫਾਰਮ ਦ ਸੈਰੀਮੋਨੀ, ਸੋ ਇਹ ਜੇ ਕਿਸੇ ਪ੍ਰੀਸਟ ਨੇ ਕੀਤੀ ਆ ਉਹਦੇ ਬਾਰੇ ਤੁਹਾਨੂੰ ਦੱਸਣਾ ਪਏਗਾ। ਜੇ ਕੋਈ ਰਾਗੀਜ਼ ਇਨਵੋਲਵ ਸੀਗੇ, ਕੀਰਤਨ ਕੀਤਾ ਉਹਨਾਂ ਦਾ ਤੁਸੀਂ ਜ਼ਿਕਰ ਕਰ ਸਕਦੇ ਹੋ। ਜਦੋਂ ਮੈਰਿਜ ਤੁਸੀਂ ਰਜਿਸਟਰ ਕਰਾਈਏ ਤੁਸੀਂ ਮੈਰਿਜ ਰਜਿਸਟਰਾਰ ਦਾ ਜ਼ਿਕਰ ਕਰ ਸਕਦੇ ਹੋ। ਸੋ ਇਹਨੂੰ ਬਹੁਤ ਤੁਸੀਂ ਹੁਸ਼ਿਆਰੀ ਨਾਲ ਆਨਸਰ ਕਰਨਾ ਹੈ ਤਾਂ ਕਿ ਤੁਹਾਡਾ ਜਿਹੜਾ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਉਹ ਇਹ ਨਾ ਕਹਿਣ ਕਿ ਸਾਨੂੰ ਲੱਗਦਾ ਹੈ ਬੰਦਾ ਝੂਠ ਬੋਲ ਰਿਹਾ। 51st ਕੁਐਸਚਨ, ਡੂ ਯੂ ਹੈਵ ਪਿਕਚਰਸ ਆਫ ਯੂਰ ਮੈਰਿਜ? ਸੋ ਆਫ ਕੋਰਸ ਯੈਸ ਕਰਕੇ ਤੁਸੀਂ ਕਹੋਗੇ ਕਿ ਮੈਂ ਐਪਲੀਕੇਸ਼ਨ ਦੇ ਵਿੱਚ ਪ੍ਰੋਵਾਈਡ ਕੀਤੀ ਹੈ ਚੀਜ਼। 52nd ਕੁਐਸਚਨ, who was at the ceremony from your side? So your side ਮਤਲਬ ਪ੍ਰਿੰਸੀਪਲ ਐਪਲੀਕੈਂਟ ਵਾਲੀ ਸਾਈਡ, ਮੁੰਡੇ ਵਾਲੀ ਸਾਈਡ ਜਾਂ ਕੁੜੀ ਵਾਲੀ ਸਾਈਡ, ਜਿਹੜਾ ਵੀ ਐਪਲੀਕੇਸ਼ਨ ਅਪਲਾਈ ਕਰ ਰਿਹਾ ਕਿ ਤੁਹਾਡੇ ਵੱਲੋਂ ਕੌਣ ਸੀਗੇ। ਸੋ ਮੋਟਾ ਦੱਸਣਾ, ਇਹ ਨਹੀਂ ਦੱਸਣਾ ਕਿ ਹਰ ਇੱਕ ਦਾ ਨਾਮ ਨਹੀਂ ਦੱਸਣ ਲੱਗ ਪੈਣਾ, ਹਰ ਇੱਕ ਦਾ ਬਾਇਓਡਾਟਾ ਨਹੀਂ ਦੱਸਣ ਲੱਗ ਪੈਣਾ। ਸਿਰਫ ਉਹਨਾਂ ਨੇ ਪੁੱਛਿਆ ਜਿਵੇਂ ਤੁਹਾਡੇ ਕਜ਼ਨਸ ਆ, ਤੁਹਾਡੇ ਰਿਲੇਟਿਵਸ ਆ, ਤੁਹਾਡੇ ਸਿਬਲਿੰਗਸ ਆ, ਤੁਹਾਡੇ ਪੇਰੈਂਟਸ ਆ, ਤੁਹਾਡੇ ਫਰੈਂਡਸ ਆ, ਉਹਨਾਂ ਬਾਰੇ ਪੁੱਛ ਰਿਹਾ। 53rd ਕੁਐਸਚਨ, who was at the ceremony from your spouse side? ਸੋ ਉਹਦੇ ਵਿੱਚ ਕੀ ਹੈ, ਤੁਹਾਡੇ ਸਪਾਊਸ ਵੱਲੋਂ, ਤੁਹਾਡੇ ਵਾਈਫ ਹਸਬੈਂਡ ਦੀ ਸਾਈਡ ਵੱਲੋਂ ਕੌਣ ਸੀ, ਇਹਦੇ ਬਾਰੇ ਉਹ ਪੁੱਛ ਰਹੇ ਆ। 54th ਕੁਐਸਚਨ, were any friends present? ਫਰੈਂਡਸ ਬਾਰੇ ਸਪੈਸੀਫਿਕਲੀ ਪੁੱਛਿਆ ਉਹਨਾਂ ਨੇ ਕਿ ਤੁਹਾਡੇ ਫਰੈਂਡਸ ਪ੍ਰੈਜ਼ੈਂਟ ਸੀਗੇ। ਜੇ ਤੁਸੀਂ ਯੈਸ ਕਰੋਗੇ ਤਾਂ ਤੁਸੀਂ ਇਹ ਵੀ ਦੱਸ ਸਕਦੇ ਹੋ। ਜੇ ਤੁਹਾਨੂੰ ਕਾਊਂਟ ਦਾ ਵੀ ਪਤਾ ਹੈ 10 20 30 40 50 ਜਿੰਨੇ ਵੀ ਪ੍ਰੈਜ਼ੈਂਟ ਹੈ ਉਹਨਾਂ ਬਾਰੇ ਤੁਸੀਂ ਜਾਣਕਾਰੀ ਛੋਟੀ ਜਿਹੀ ਦੇ ਸਕਦੇ ਹੋ। 55th ਕੁਐਸਚਨ, ਹਾਊ ਮਨੀ ਬ੍ਰਦਰ ਸਿਸਟਰਸ ਡਜ਼ ਯੂਰ ਸਪਾਊਸ ਹੈਵ? ਤੁਹਾਡੇ ਭੈਣ ਭਰਾ ਸਪਾਊਸ ਦੇ ਕਿੰਨੇ ਹਸਬੈਂਡ ਵਾਈਫ ਦੇ, ਇਹਦੇ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ। 56th, ਵਰ ਯੂਰ ਪੇਰੈਂਟਸ ਐਟ ਦ ਵੈਡਿੰਗ? ਤੁਹਾਡੇ ਪੇਰੈਂਟਸ ਵੈਡਿੰਗ ਤੇ ਹੈਗੇ ਸੀਗੇ। ਜੇ ਤੁਸੀਂ ਯੈਸ ਕਰ ਦੋਗੇ ਬਹੁਤ ਵਧੀਆ। ਜੇ ਤੁਸੀਂ ਕਹੋਗੇ ਉਹਨਾਂ ਨੇ ਅੱਗੇ ਪੁੱਛ ਲਿਆ ਇਫ ਨਾਟ ਵਾਈ ਨਾਟ, ਜੇ ਤੁਹਾਡੇ ਪੇਰੈਂਟਸ ਨੇ ਨਾ ਮਨਜ਼ੂਰ ਕੀਤੀ ਹੈ ਵੈਡਿੰਗ ਜਾਂ ਮੌਜੂਦ ਨਹੀਂ ਹੈ ਉੱਥੇ, ਕਿਉਂ ਨਹੀਂ ਮੌਜੂਦ, ਇਹ ਤੁਸੀਂ ਦੱਸੋਗੇ ਉਹਨਾਂ ਨੂੰ ਤੇ ਇਸ ਤੋਂ ਅੰਦਾਜ਼ਾ ਲਗਾਉਣਗੇ। 57th ਕੁਐਸਚਨ, ਆਰ ਯੂਰ ਪੇਰੈਂਟਸ ਅਵੇਅਰ ਆਫ ਦ ਵੈਡਿੰਗ? ਬਹੁਤ ਇੰਪੋਰਟੈਂਟ ਕੁਐਸਚਨ, ਕੀ ਤੁਹਾਡੇ ਪੇਰੈਂਟਸ ਨੂੰ ਤੁਹਾਡੀ ਵੈਡਿੰਗ ਦਾ ਪਤਾ ਆ? ਜੇ ਤੇ ਪਤਾ ਹੈ ਤੁਸੀਂ ਯੈਸ ਕਹੋਗੇ, ਜੇ ਨਹੀਂ ਪਤਾ ਦੈਨ ਉਹ ਕਹਿਣਗੇ ਇਫ ਨਾਟ ਵਾਈ ਨਾਟ, ਕਿਉਂ ਨਹੀਂ ਪਤਾ ਉਹਨਾਂ ਨੂੰ। 58th ਕੁਐਸਚਨ, ਵੇਅਰ ਯੂਰ ਸਪਾਊਸਸ ਪੇਰੈਂਟਸ ਐਟ ਦ ਵੈਡਿੰਗ? ਤੁਹਾਡੇ ਸਪਾਊਸ ਦੇ ਜਿਹੜੇ ਪੇਰੈਂਟਸ ਆ ਉਹ ਵੈਡਿੰਗ ਦੇ ਵਿੱਚ ਕਿੱਥੇ ਆ? ਜੇ ਉਹ ਫੋਟੋਗ੍ਰਾਫ ਤੇ ਤੁਹਾਨੂੰ ਦਿਖਾਉਣਗੇ ਉੱਥੋਂ ਦੱਸਣਾ ਪੈਣਾ ਹੈ। ਜੇ ਉਹ ਨਹੀਂ ਹੈਗੇ ਦੱਸਣਾ ਪੈਣਾ ਕਿਉਂ ਨਹੀਂ ਹੈਗੇ ਉੱਥੇ। 59th ਕੁਐਸਚਨ, ਵਰ ਯੂਰ ਸਪਾਊਸਸ ਪੇਰੈਂਟਸ ਅਵੇਅਰ ਆਫ ਦ ਵੈਡਿੰਗ? ਤੁਹਾਡੇ ਹਸਬੈਂਡ ਵਾਈਫ ਜਿਹੜੇ ਕੈਨੇਡਾ ਦੇ ਵਿੱਚ ਉਹਨਾਂ ਦੇ ਪੇਰੈਂਟਸ ਨੂੰ ਪਤਾ ਆ? ਜੇ ਤੇ ਪਤਾ ਹੈ ਯੈਸ ਬੋਲੋ, ਜੇ ਨਹੀਂ ਪਤਾ ਇਫ ਨਾਟ ਵਾਈ ਨਾਟ, ਉਹਦਾ ਤੁਹਾਨੂੰ ਰੀਜ਼ਨ ਪਤਾ ਹੋਣਾ ਚਾਹੀਦਾ ਕਿਉਂ ਨਹੀਂ। 60th ਕੁਐਸਚਨ, ਵਾਜ਼ ਅ ਰਿਸੈਪਸ਼ਨ ਹੈਲਡ? ਰਿਸੈਪਸ਼ਨ ਜਿਹੜੀ ਮੈਰਿਜ ਤੋਂ ਬਾਅਦ ਹੁੰਦੀ ਹੈ ਉਹ ਹੋਈ ਆ। ਵੈਨ ਐਂਡ ਵੇਅਰ ਵਾਜ਼ ਇਟ ਹੈਲਡ? ਜੇ ਹੋਈ ਆ ਕਦੋਂ ਤੇ ਕਿੱਥੇ ਹੋਈ ਆ, ਉਹਦਾ ਵੈਨਿਊ ਤੇ ਡੇਟ ਦੇਣੀ ਆ ਤੁਸੀਂ। 61st ਕੁਐਸਚਨ, ਹੂ ਵਾਜ਼ ਪ੍ਰੈਜ਼ੈਂਟ ਐਟ ਦ ਰਿਸੈਪਸ਼ਨ? ਰਿਸੈਪਸ਼ਨ ਤੇ ਕੌਣ ਪ੍ਰੈਜ਼ੈਂਟ ਸੀਗਾ। 62nd ਕੁਐਸਚਨ, ਡਿਡ ਯੂ ਰਿਸੀਵ ਐਨੀ ਵੈਡਿੰਗ ਗਿਫਟਸ? ਡਿਸਕ੍ਰਾਈਬ them? ਜੇ ਤੁਹਾਨੂੰ ਵੈਡਿੰਗ ਤੇ ਗਿਫਟ ਮਿਲਿਆ ਉਹਨਾਂ ਨੂੰ ਡਿਸਕ੍ਰਾਈਬ ਕਰੋ, ਜਿਵੇਂ ਕਿ ਮਨੀ ਹੋ ਗਈ, ਮਿਲ ਸਕਦੀ ਹੈ ਤੁਹਾਨੂੰ ਕੋਈ ਜੁਐਲਰੀ ਮਿਲ ਸਕਦੀ ਆ, ਤੁਹਾਨੂੰ ਕੋਈ ਹੋਰ ਜਿਵੇਂ ਸਵੀਟਸ ਦੇ ਡੱਬੇ ਮਿਲ ਸਕਦੇ ਆ, ਹੋਰ ਬਹੁਤ ਕੁਝ ਹੁੰਦਾ ਵੈਡਿੰਗ ਤੇ। ਜੋ ਵੀ ਤੁਹਾਨੂੰ ਮਿਲਿਆ ਤੁਸੀਂ ਉਹ ਦੱਸਣਾ ਆ, ਸ਼ਾਰਟ ਐਂਡ ਸਪੈਸੀਫਿਕ। ਡਿਡ ਯੂ ਗੋ ਔਨ ਅ ਹਨੀਮੂਨ? ਵੇਅਰ ਡਿਡ ਯੂ ਗੋ ਐਂਡ ਫॉर ਹਾਊ ਲੌਂਗ? ਕੀ ਤੁਸੀਂ ਹਨੀਮੂਨ ਤੇ ਗਏ, ਕਿੱਥੇ ਗਏ ਤੇ ਕਿੰਨੀ ਦੇਰ ਲਈ ਗਏ? ਇਹ ਬਹੁਤ ਇੰਪੋਰਟੈਂਟ, ਜੇ ਇਸ ਨੂੰ ਲਾਈਟਲੀ ਨਹੀਂ ਲੈਣਾ। ਦਿਸ ਇਜ਼ ਆਲਸੋ 63rd ਕੁਐਸਚਨ ਇਜ਼ ਵੈਰੀ ਇੰਪੋਰਟੈਂਟ। ਉਹਨਾਂ ਨੇ ਦੇਖਣਾ ਤੁਸੀਂ ਹਨੀਮੂਨ ਤੇ ਕਿੱਥੇ ਗਏ। ਜੇ ਨਹੀਂ ਗਏ ਸ਼ੱਕ ਦੇ ਘੇਰੇ ਚ ਆਓਗੇ ਫਿਰ, ਕਿਉਂਕਿ ਇਟਸ ਅ ਵੈਰੀ ਕਾਮਨ ਟ੍ਰੈਂਡ to go on a honeymoon after the wedding. 64th question, can you show me pictures and receipts from honeymoon, wedding and reception? ਕੀ ਤੁਸੀਂ ਮੈਨੂੰ ਪਿਕਚਰਸ, ਫੋਟੋਜ਼, ਰਸੀਦਸ ਹਨੀਮੂਨ ਤੋਂ ਵੈਡਿੰਗ ਤੇ ਰਿਸੈਪਸ਼ਨ ਦੀਆਂ ਦਿਖਾ ਸਕਦੇ ਹੋ? ਜੇ ਤੁਸੀਂ ਨਾਲ ਉਹਦੀਆਂ ਕਾਪੀਜ਼ ਕੈਰੀ ਕਰਦੇ ਹੋ ਬਹੁਤ ਵਧੀਆ। ਇਹ ਸਾਰੀਆਂ ਚੀਜ਼ਾਂ ਤੋਂ, ਇਹ ਸਾਰੇ ਕੁਐਸਚਨਸ ਤੋਂ ਇਹ ਵੀ ਅੰਦਾਜ਼ਾ ਲਗਾਓ ਜਿਹੜੇ ਤੇ ਡਾਕੂਮੈਂਟ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨਾਲ ਕੈਰੀ ਕਰਨੇ ਚਾਹੀਦੇ ਆ, ਜ਼ਰੂਰ ਕਰੋ। ਉਹਦੇ ਬਾਰੇ ਮੈਂ ਜਾਣਕਾਰੀ ਇਸ ਦੇ ਵਿੱਚ ਨਹੀਂ, ਕਿਉਂਕਿ ਇਹ ਬਹੁਤ ਲੰਮੀ ਵੀਡੀਓ ਆ। ਹੋਰ ਇੱਕ ਪੋਡਕਾਸਟ ਦੇ ਵਿੱਚ ਤੁਹਾਨੂੰ ਜਾਣਕਾਰੀ ਦਊਂਗਾ 10-15 ਮਿੰਟਾਂ ਦੀ ਵੀਡੀਓ ਬਣਾ ਕੇ ਐਂਡ ਆਲਸੋ ਪੋਡਕਾਸਟ ਬਣਾ ਕੇ। 65th ਕੁਐਸਚਨ, ਡੂ ਐਨੀ ਅਦਰ ਫੈਮਿਲੀ ਮੈਂਬਰ reside with you and your spouse? ਕੀ ਕੋਈ ਵੀ ਫੈਮਿਲੀ ਮੈਂਬਰ ਤੁਹਾਡੇ ਜਾਂ ਤੁਹਾਡੇ ਸਪਾਊਸ ਨਾਲ ਰਹਿੰਦਾ ਹੈ? ਇਫ ਯੈਸ ਪਲੀਜ਼ ਇੰਡੀਕੇਟ देयर ਨੇਮਸ ਐਂਡ ਰਿਲੇਸ਼ਨਸ਼ਿਪ। ਇਹਦੇ ਵਿੱਚ ਤੁਹਾਡੇ ਪੇਰੈਂਟਸ ਦੀ ਮੇਨ ਉਹ ਗੱਲ ਕਰਦੇ ਆ ਜਾਂ ਜਿਹੜੇ ਭੈਣ ਭਰਾ ਵਿਆਹੇ ਨਹੀਂ ਉਹਨਾਂ ਦੀ ਗੱਲ ਕਰਦੇ ਆ। 66th, what relatives do you have in Canada? ਹੁਣ ਇੱਥੇ ਤੁਸੀਂ ਬਹੁਤ ਧਿਆਨ ਨਾਲ
ਆਨਸਰ ਦੇਣਾ ਹੈ, ਜੋ ਐਪਲੀਕੇਸ਼ਨ ਦੇ ਵਿੱਚ ਆਪਣੇ ਰਿਲੇਟਿਵਸ ਬਾਰੇ ਦੱਸਿਆ ਉਹਨਾਂ ਬਾਰੇ, ਤੇ ਜੇ ਨਹੀਂ ਦੱਸਿਆ ਫਿਰ ਬਹੁਤ ਸ਼ਾਰਟ ਐਂਡ ਸਪੈਸੀਫਿਕ ਦੱਸਣਾ ਹੈ ਕਿ ਤੁਹਾਡੇ ਕਿਹੜੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਹੈਗੇ, ਜੇ ਕੋਈ ਭੈਣ ਭਰਾ ਆ, ਜੇ ਕੋਈ ਕਜ਼ਨਸ ਆ, ਜੇ ਕੋਈ ਅੰਕਲ ਆਂਟੀ ਹੈਗੇ ਆ, ਉਹਨਾਂ ਬਾਰੇ ਤੁਸੀਂ ਦੱਸ ਸਕਦੇ ਹੋ ਜੇ ਤੁਸੀਂ ਐਪਲੀਕੇਸ਼ਨ 'ਚ ਮੈਂਸ਼ਨ ਕੀਤਾ। ਪਰ ਜ਼ਿਆਦਾ ਜਿਹੜੇ ਆ ਉਹ ਇਸ ਚੀਜ਼ ਤੋਂ ਅੰਦਾਜ਼ਾ ਲਗਾਉਂਦੇ ਹੋ ਤੁਹਾਡਾ ਇੰਟੈਂਟ ਕਿੰਨਾ ਸਟਰੋਂਗ ਹੈ ਕੈਨੇਡਾ ਦੇ ਨਾਲ, ਕੀ ਤੁਹਾਡਾ ਇੰਟੈਂਟ ਟੈਂਪਰੇਰੀ ਹੈ ਜਾਂ ਪਰਮਾਨੈਂਟ ਹੈ। 67th ਕੁਐਸਚਨ, ਵਾਟ ਆਰ देयर ਨੇਮਸ ਐਂਡ ਵੇਅਰ ਡੂ ਦੇ ਲਿਵ, ਉਹਨਾਂ ਦੇ ਨਾਮ ਕੀ ਆ ਤੇ ਉਹ ਕਿੱਥੇ ਕਿੱਥੇ ਰਹਿੰਦੇ ਆ। What relatives do you have outside of Canada? ਕੈਨੇਡਾ ਤੋਂ ਬਾਹਰ ਤੁਹਾਡੇ ਰਿਲੇਟਿਵ ਕੌਣ ਕੌਣ ਹੈ, ਜਿਵੇਂ ਕਿ ਤੁਹਾਡੀ ਹੋਮ ਕੰਟਰੀ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ। 69th ਕੁਐਸਚਨ, has your spouse met any of your relatives or friends? ਕੀ ਤੁਹਾਡੇ ਸਪਾਊਸ, ਤੁਹਾਡੇ ਹਸਬੈਂਡ ਵਾਈਫ ਕਿਸੇ ਵੀ ਤੁਹਾਡੇ ਫਰੈਂਡ ਜਾਂ ਰਿਲੇਟਿਵ ਨਾਲ ਮਿਲੇ ਆ। who have they met and when did they meet them? ਸੋ ਉਹ ਕੌਣ ਹੈ ਜਿਨ੍ਹਾਂ ਨੂੰ ਮਿਲੇ ਆ ਤੇ ਉਹ ਕਦੋਂ ਮਿਲੇ ਆ। 70 question, have you met any of your spouse's relatives or friends? whom have you met and when did you meet them? ਕੀ ਤੁਸੀਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਜਾਂ ਫਰੈਂਡਸ ਨੂੰ ਮਿਲੇ ਹੋ, ਕਦੋਂ ਮਿਲੇ ਹੋ ਤੇ ਕਿੰਨਾਂ ਨੂੰ ਮਿਲੇ ਹੋ। 71st question, in terms of education would you say that you and your spouse's educational background are compatible? ਜੇ ਅਸੀਂ ਵਿੱਦਿਆ ਦੀ ਗੱਲ ਕਰਦੇ ਹਾਂ, ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੋਵਾਂ ਦੀ ਐਜੂਕੇਸ਼ਨ ਬੈਕਗਰਾਉਂਡ ਕੰਪੈਟੀਬਲ ਆ। ਸੋ ਇਹਦੇ ਵਿੱਚ ਤੁਸੀਂ ਜੇ ਤੇ ਇੱਕੋ ਲੈਟਸ ਸੇ ਤੁਸੀਂ ਵੀ ਡਿਗਰੀ ਕੀਤੀ, ਤੁਹਾਡੇ ਸਪਾਊਸ ਨੇ ਵੀ ਡਿਗਰੀ ਕੀਤੀ ਹੈ, ਡਿਫਰੈਂਟ ਡਿਸਾਈਪਲਸ ਕੀਤੀ ਹੈ, ਫਾਈਨ, ਤੁਸੀਂ ਕਹਿ ਸਕਦੇ ਹੋ ਯੈਸ। ਐਂਡ ਆਲਸੋ ਇੱਕ ਚੀਜ਼ ਹੋਰ ਤੁਸੀਂ ਕਹਿਣੀ ਹੈ ਕਿ ਜਿਹੜਾ ਰਿਸ਼ਤਾ ਹੁੰਦਾ ਹੈ ਇਹ ਐਜੂਕੇਸ਼ਨ ਦੇ ਨਾਲ ਨਹੀਂ ਵੱਜਦਾ, ਜ਼ਰੂਰੀ ਆ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹੋਈਏ, ਅਸੀਂ ਇੱਕ ਦੂਜੇ ਨਾਲ ਕੰਪੈਸ਼ਨੇਟ ਹੋਈਏ, ਅਸੀਂ ਇੱਕ ਦੂਜੇ ਦੀ ਸੁਣਦੇ ਹੋਈਏ, ਇੱਕ ਦੂਜੇ ਨੂੰ ਸਪੋਰਟ ਕਰ ਸਕੀਏ ਮੋਰਲੀ ਐਂਡ ਐਥੀਕਲੀ। 72nd question, why did you marry your spouse? ਤੁਸੀਂ ਆਪਣੇ ਸਪਾਊਸ ਨਾਲ ਕਿਉਂ ਮੈਰਿਜ ਕੀਤੀ। ਸੋ ਇਹਦੇ ਵਿੱਚ ਕਦੀ ਵੀ ਕੈਨੇਡਾ ਦਾ ਨਾਂ ਨਹੀਂ ਲੈਣਾ, ਮਤਲਬ ਇਹ ਹੋਣਾ ਵੀ ਨਹੀਂ ਚਾਹੀਦਾ। ਜਦੋਂ ਤੁਸੀਂ ਕੈਨੇਡਾ ਦਾ ਨਾਮ ਲਿਆ ਜਾਂ ਤੁਸੀਂ ਅਣਜਾਣੇ 'ਚ ਲੈ ਲਿਆ, ਉੱਥੇ ਕਾਂਡਾ ਵੱਜਣਾ ਵੀਜ਼ੇ ਤੁਹਾਡੇ ਤੇ, ਅੱਗੇ ਜਾਣ ਹੀ ਨਹੀਂ ਦੇਣਾ ਉਹਨਾਂ ਨੇ। 73rd question, do your family members, parents, siblings want to immigrate to Canada? ਕੀ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਆ, ਤੁਹਾਡੇ ਮਾਪੇ ਤੇ ਤੁਹਾਡੇ ਜਿਹੜੇ ਭੈਣ ਭਰਾ, ਉਹ ਵੀ ਇਮੀਗ੍ਰੇਟ ਕਰਨਾ ਚਾਹੁੰਦੇ ਕੈਨੇਡਾ। 74th, did you marry your spouse so that you could sponsor your parents as landed immigrants of Canada? ਕੀ ਤੁਸੀਂ ਆਪਣੇ ਸਪਾਊਸ ਨਾਲ ਇਸ ਲਈ ਵਿਆਹ ਕਰਾਇਆ ਕਿ ਤੁਸੀਂ ਆਪਣੇ ਮਾਪਿਆਂ ਨੂੰ ਤੇ ਆਪਣੇ ਭੈਣ ਭਰਾਵਾਂ ਨੂੰ ਕੈਨੇਡਾ ਦੇ ਪੱਕੇ ਵਸਨੀਕ ਬਣਾ ਸਕੋ। ਇਹ ਤਾਂ ਵੈਸੇ ਨੋ ਹੀ ਆ, ਕਿਉਂਕਿ ਤੁਸੀਂ ਸਪਾਊਸ ਨਾਲ ਮੈਰਿਜ ਕੀਤੀ, ਤੁਸੀਂ ਉਹਨਾਂ ਦੇ ਜਾਂ ਉਹਨਾਂ ਨੇ ਤੁਹਾਡੇ ਪੇਰੈਂਟਸ ਨਾਲ ਮੈਰਿਜ ਨਹੀਂ ਕੀਤੀ, ਰਿਸ਼ਤਾ ਬਣ ਗਿਆ, ਵੱਖਰੀ ਚੀਜ਼ ਆ। ਪਰ ਤੁਸੀਂ ਹਸਬੈਂਡ ਵਾਈਫ ਨਾਲ ਰਹਿਣਾ, ਮੋਰਲੀ ਸਪੋਰਟ ਕਰਨੀ, ਫਾਈਨੈਂਸ਼ੀਅਲੀ ਸਪੋਰਟ ਕਰਨੀ, ਤਾਂ ਮੈਰਿਜ ਕਰਾਉਂਦੇ ਹੋ, ਨਾ ਕਿ ਇੱਕ ਦੂਜੇ ਨੂੰ ਕੈਨੇਡਾ ਅਮਰੀਕਾ ਦੇ ਵਾਸਤੇ। 75th question, how do you correspond with your spouse? ਤੁਸੀਂ ਆਪਣੇ ਸਪਾਊਸ ਦੇ ਨਾਲ ਕੈਨੇਡਾ ਦੇ ਵਿੱਚ ਕਿਵੇਂ ਗੱਲਬਾਤ ਕਰਦੇ ਹੋ। WhatsApp ਦਾ ਤੁਸੀਂ ਜ਼ਿਕਰ ਕਰ ਸਕਦੇ ਹੋ, ਫੋਨ ਕਾਲ ਦਾ, ਟੈਕਸਟ ਮੈਸੇजेस ਦਾ, ਵੀਡੀਓ ਕਾਲ ਦਾ ਤੁਸੀਂ ਜ਼ਿਕਰ ਕਰ ਸਕਦੇ ਹੋ। 76th question, how often do you talk on the phone? ਤੁਸੀਂ ਫੋਨ ਤੇ ਕਿੰਨੀ ਵਾਰੀ ਗੱਲ ਕਰਦੇ ਹੋ, ਇਹ ਦੱਸਣਾ ਹੈ ਤੁਸੀਂ। ਇਹ ਤੁਸੀਂ ਜੋ ਐਪਲੀਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਜਾਂ ਜਿਹੜੇ ਸਕਰੀਨਸ਼ਾਟਸ ਦਿੱਤੇ ਉਹ ਤੋਂ ਡਿਪੈਕਟ ਹੁੰਦਾ ਤੁਸੀਂ ਕਿੰਨੀ ਫ੍ਰੀਕੁਐਂਟਲੀ ਗੱਲ ਕਰਦੇ ਹੋ, ਉਸ ਵੇ ਨਾਲ ਜਵਾਬ ਦੇਣਾ ਹੈ। 77th question, do you have any phone bills, emails, cards, etc. and can I see them? ਕੀ ਤੁਹਾਡੇ ਕੋਲੇ ਫੋਨ ਬਿਲਸ, ਈਮੇਲਸ, ਕਾਰਡਸ ਹੈਗੇ ਜਿਹੜਾ ਮੈਂ ਵੇਖ ਸਕਦਾ। ਇਮੀਗ੍ਰੇਸ਼ਨ ਆਫਿਸਰ ਵੱਲੋਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾਏਗਾ ਤੇ ਇਹ ਵੀ ਚੀਜ਼ਾਂ ਤੁਸੀਂ ਨਾਲ ਰੱਖਣੀਆਂ। 78th question, tell me why this marriage or relationship is genuine? ਬਹੁਤ ਇੰਪੋਰਟੈਂਟ ਕੁਐਸਚਨ, ਤੁਹਾਡੀ ਮੈਰਿਜ ਤੇ ਰਿਲੇਸ਼ਨਸ਼ਿਪ ਕਿਉਂ ਜੈਨੂਨ। ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਅਸੀਂ ਜਿਹੜੀ ਆ ਇੱਕ ਦੂਜੇ ਨਾਲ ਰਹਿਣ ਲਈ ਮੈਰਿਜ ਕਰਾਈ, ਇੰਨੀ ਦੇਰ ਅਸੀਂ ਇਕੱਠੇ ਰਹੇ ਹਾਂ, ਸਾਡੀਆਂ ਫੈਮਲੀਜ਼ ਜਿਹੜੀਆਂ ਹੈਗੀਆਂ ਸੀਗੀਆਂ। ਜੇ ਅਰੇਂਜ ਮੈਰਿਜ ਹੋਈ ਆ ਤਾਂ ਤੁਸੀਂ ਉਹਨਾਂ ਦਾ ਜ਼ਿਕਰ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਅਰੇਂਜ ਹੋਈ ਹੈ, ਤੁਹਾਡੇ ਦੋਵਾਂ 'ਚ ਕਿੰਨਾ ਪਿਆਰ ਆ। ਜੇ ਲਵ ਮੈਰਿਜ ਹੈ ਤੁਸੀਂ ਅਫਕੋਰਸ ਆਪਣੇ ਰਿਲੇਸ਼ਨਸ਼ਿਪ ਨੂੰ ਜਿਹੜਾ ਉਹ ਕਿਸ ਤਰ੍ਹਾਂ ਡਿਵੈਲਪ ਹੋਇਆ ਉਹਦੇ ਬਾਰੇ ਦੱਸ ਸਕਦੇ ਹੋ, ਤੇ ਆਪਣੀਆਂ ਫੋਟੋਗ੍ਰਾਫਸ ਦੇ ਥਰੂ ਇਹ ਦੱਸ ਸਕਦੇ ਹੋ ਕਿ ਸਾਡੇ ਇੱਥੇ ਇੱਦਾਂ ਹੀ ਮੈਰਿਜ ਹੁੰਦੀਆਂ ਆ ਤੇ ਅਸੀਂ ਹਮੇਸ਼ਾ ਹੀ ਇੱਕ ਦੂਜੇ ਨਾਲ ਮਾੜੇ ਚੰਗੇ ਸਮੇਂ ਦੇ ਵਿੱਚ ਖੜਦੇ ਹਾਂ, ਖੜਦੇ ਰਵਾਂਗੇ, ਅਸੀਂ ਇਸ ਲਈ ਮੈਰਿਜ ਕਰਵਾਈ ਆ। ਸਾਨੂੰ ਇਹ ਵੀ ਨਹੀਂ ਸੀਗਾ ਪਤਾ, ਮੋਸਟਲੀ ਕਈਆਂ ਦਾ ਪਲਾਨ ਵੀ ਬਾਅਦ 'ਚ ਹੀ ਬਣਦਾ ਕੈਨੇਡਾ ਆਉਣ ਦਾ, ਤਾਂ ਉਸ ਵੇ ਨਾਲ ਤੁਸੀਂ ਆਨਸਰ ਦੇਣਾ ਤਾਂ ਕਿ ਤੁਹਾਡਾ ਆਨਸਰ 'ਚੋਂ ਇਹ ਡਿਪਿਕਟ ਹੋ ਸਕੇ ਕਿ ਮੈਰਿਜ ਜੈਨੂਨ ਹੈ। 79th ਕੁਐਸਚਨ ਹੈ, ਹੋਣੀ ਵੀ ਜੈਨੂਨ ਚਾਹੀਦੀ ਹੈ ਮੈਰਿਜ। What makes your relationship with your spouse different from that of a female male friend? ਤੁਹਾਡੇ ਰਿਲੇਸ਼ਨਸ਼ਿਪ ਦੇ ਨਾਲ ਜਿਹੜਾ ਤੁਹਾਡਾ ਸਪਾਊਸ ਦੇ ਨਾਲ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੈ ਉਹ ਇੱਕ ਫਰੈਂਡ ਦੇ ਫੀਮੇਲ ਮੇਲ ਫਰੈਂਡ ਦੇ ਰਿਲੇਸ਼ਨਸ਼ਿਪ ਦੇ ਨਾਲੋਂ ਕਿਵੇਂ ਡਿਫਰੈਂਟ ਆ, ਇਹ ਤੁਸੀਂ ਦੱਸਣਾ ਹੈ ਉਹਨਾਂ ਨੂੰ। ਸੋ ਇਹਦੇ ਵਿੱਚ ਜੋ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੁੰਦਾ ਉਹ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਅੱਗੇ ਵਾਲਾ ਹੁੰਦਾ, ਇੱਕ ਫਰੈਂਡ ਉਸ ਰਿਲੇਸ਼ਨਸ਼ਿਪ ਨਾਲ ਕੰਪੇਅਰ ਨਹੀਂ ਕੀਤੀ ਜਾ ਸਕਦੀ। ਸੋ ਉਹ ਜਿਹੜੇ ਵੀ ਢੰਗ ਦੇ ਨਾਲ, ਚਾਹੇ ਉਹ ਮੋਰਲ ਸਪੋਰਟ ਆ, ਚਾਹੇ ਉਹ ਜਿਹੜੀ ਤੁਹਾਡੀ ਐਥੀਕਲ ਸਪੋਰਟ ਆ, ਫਾਈਨੈਂਸ਼ੀਅਲ ਸਪੋਰਟ ਆ, ਐਂਡ ਜਿਹੜੀਆਂ ਸੈਕਸ਼ੂਅਲ ਡਿਜ਼ਾਇਰਸ ਆ
ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਕਵਰ ਹੋਣਗੀਆਂ। ਦੈਟਸ ਵੈਰੀ ਇੰਪੋਰਟੈਂਟ। ਡਸ ਯੂਰ ਸਪਾਊਸ ਸਪੋਰਟ ਯੂ ਫਾਈਨੈਂਸ਼ੀਅਲੀ, ਕੀ ਤੁਹਾਡਾ ਸਪਾਊਸ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰਦਾ ਹੈ ਕੈਨੇਡਾ ਤੋਂ? ਸੋ ਜੋ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਦੱਸਿਆ ਆ ਉਹ ਵੀ ਸ਼ਾਰਟ ਐਂਡ ਸਪੈਸੀਫਿਕ ਇਹਦੇ ਵਿੱਚ ਦੱਸਣਾ। ਇਟ ਇਜ਼ ਫਸਟ ਕੁਐਸਚਨ, ਡੂ ਯੂ ਸਪੋਰਟ ਯੂਰ ਸਪਾਊਸ ਫਾਈਨੈਂਸ਼ੀਅਲੀ, ਕਿ ਤੁਸੀਂ ਆਪਣੀ ਸਪਾਊਸ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੇ ਹੋ। ਇਹਦੇ ਵਿੱਚ ਜ਼ਿਆਦਾ ਉਹਨਾਂ ਨੇ ਦੇਖਣਾ ਕਿ ਤੁਸੀਂ ਕਿੰਨੇ ਕੁ ਫਾਈਨੈਂਸ਼ੀਅਲੀ ਸਾਊਂਡ ਹੈਗੇ ਹੋ ਇੰਡੀਆ ਤੋਂ ਜਾਂ ਆਪਣੀ ਕੰਟਰੀ ਤੋਂ, ਇਹ ਉਹਨਾਂ ਨੇ ਜ਼ਿਆਦਾ ਡਿਪਿਕਟ ਕਰਨਾ ਇਸ ਚੀਜ਼ ਤੋਂ। ਇਟ ਇਜ਼ ਸੈਕੰਡ ਕੁਐਸਚਨ, ਡੂ ਯੂ ਹੈਵ ਅ ਜੁਆਇੰਟ ਬੈਂਕ ਅਕਾਊਂਟ ਵੇਅਰ, ਤੁਹਾਡਾ ਦੋਵਾਂ ਦਾ ਬੈਂਕ ਜੁਆਇੰਟ ਬੈਂਕ ਅਕਾਊਂਟ ਹੈਗਾ, ਜੇ ਹੈਗਾ ਤੇ ਕਿਹੜੇ ਬੈਂਕ 'ਚ, ਉਹਦੀ ਕਾਪੀ ਵੀ ਤੁਸੀਂ ਨਾਲ ਲੈ ਕੇ ਜਾਣੀ ਹੈ ਐਂਡ ਐਪਲੀਕੇਸ਼ਨ ਦੇ ਵਿੱਚ ਵੀ ਮੋਸਟਲੀ ਸ਼ੋ ਕਰੀਦਾ ਹੈ। ਇਟ ਇਜ਼ ਥਰਡ ਕੁਐਸਚਨ, ਇਫ ਆਈ ਰਿਫਿਊਜ਼ ਦਿਸ ਐਪਲੀਕੇਸ਼ਨ ਵਟ ਵਿਲ ਯੂ ਡੂ। ਇਟ ਇਜ਼ ਥਰਡ ਕੁਐਸਚਨ, ਬਹੁਤ ਇੰਪੋਰਟੈਂਟ, ਮਾਰਕ ਕਰ ਲਓ। ਜੇ ਮੈਂ ਇਸ ਐਪਲੀਕੇਸ਼ਨ ਨੂੰ ਰਿਫਿਊਜ਼ ਕਰਦਾ ਤਾਂ ਤੁਸੀਂ ਕੀ ਕਰੋਗੇ? ਤਾਂ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਵੈਸੇ ਮੈਂ ਚਾਹੁੰਦਾ ਨਹੀਂ ਕਿ ਤੁਸੀਂ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰੋ, ਕਿਉਂਕਿ ਸਾਨੂੰ ਇੰਨਾ ਟਾਈਮ, ਨੰਬਰ ਆਫ ਮੰਥਸ, ਨੰਬਰ ਆਫ ਈਅਰਸ ਹੋ ਗਏ ਇੱਕ ਦੂਜੇ ਤੋਂ ਪਾਰਟ ਰਹਿੰਦੇ ਹੋਇਆ। ਜੇ ਤੁਸੀਂ ਮੇਰੀ ਐਪਲੀਕੇਸ਼ਨ ਨੂੰ ਨਾ ਮਨਜ਼ੂਰ ਕਰੋਗੇ ਤਾਂ ਮੇਰਾ ਸਪਾਊਸ ਜਿਹੜਾ ਹੈਗਾ ਆਪਣੀ ਐਜੂਕੇਸ਼ਨ ਤੇ ਆਪਣਾ ਕੰਮ ਫਿਨਿਸ਼ ਕਰਕੇ ਮੇਰੇ ਕੋਲ ਇੰਡੀਆ ਵਾਪਸ ਆ ਕੇ ਰਹੇਗਾ, ਤੁਸੀਂ ਇਹ ਕਹਿਣਾ ਹੈ। ਜਾਂ ਜਿਹੜਾ ਵੀ ਬੈਸਟ ਆਨਸਰ ਤੁਹਾਨੂੰ ਲੱਗਣਾ, ਇਹ ਕਦੀ ਨਹੀਂ ਕਹਿਣਾ ਕਿ ਮੈਂ ਫੇਰ ਅਪਲਾਈ ਕਰੀ ਜਾਊਂਗਾ, ਮੈਂ PR ਲਊਂਗਾ, ਕਿਉਂਕਿ ਇਹੀ ਉਹ ਚੀਜ਼ ਚਾਹੁੰਦੇ ਆ ਕਿ ਤੁਸੀਂ ਕਹੋ, ਤੇ ਇਹੀ ਚੀਜ਼ ਤੁਸੀਂ ਕਹਿਣੀ ਨਹੀਂ ਹੈ। 84th ਕੁਐਸਚਨ, ਵੈਨ ਐਂਡ ਵੇਅਰ ਡਿਡ ਯੂ ਲਿਵ ਟੂਗੇਦਰ, ਤੁਸੀਂ ਕਦੋਂ ਤੇ ਕਿਵੇਂ, ਕਦੋਂ ਤੇ ਕਿੱਥੇ ਇਕੱਠੇ ਰਹੇ ਹੋ? ਸੋ ਉਹਦੀ ਡਿਊਰੇਸ਼ਨ ਤੁਸੀਂ ਦੱਸਣੀ ਆ। ਜਦੋਂ ਮੋਸਟਲੀ ਮੈਰਿਜ ਤੋਂ ਬਾਅਦ ਹੀ ਇਕੱਠੇ ਰਹਿੰਦੇ ਆ ਘਰ ਦੇ ਵਿੱਚ, ਉਹ ਦੱਸਣੀ ਆ। ਜਾਂ ਜੇ ਤੁਸੀਂ ਕਿਤੇ ਇਕੱਠੇ ਬਾਹਰ ਵੀ ਟਰੈਵਲ ਕੀਤਾ, ਉੱਥੇ ਵੀ ਤੁਸੀਂ ਦੱਸ ਸਕਦੇ ਹੋ ਹਨੀਮੂਨ ਵਗੈਰਾ ਲਈ ਜਾਂ ਉੱਦਾਂ ਟਰੈਵਲ ਦੇ ਲਈ। 85th ਕੁਐਸਚਨ, ਡਿਵੈਲਪਮੈਂਟ ਆਫ ਯੂਰ ਰਿਲੇਸ਼ਨਸ਼ਿਪ ਆਫਟਰ ਵੈਰੀ ਫਸਟ ਡੇ, ਇਹ ਰਿਲੇਸ਼ਨਸ਼ਿਪ ਲੈਟਰ ਹੈ ਜਿਹੜੀ, ਇਹ ਤੁਸੀਂ ਐਪਲੀਕੇਸ਼ਨ 'ਚ ਵੀ ਸਬਮਿਟ ਕਰਨੀ ਹੈ। ਇਹਦੀ ਤੁਹਾਨੂੰ ਉੱਦਾਂ ਵੀ ਟਰਾਂਸਲੇਸ਼ਨ ਪਤਾ ਹੋਣੀ ਚਾਹੀਦੀ ਹੈ ਪੰਜਾਬੀ ਦੇ ਵਿੱਚ, ਜੇ ਤੁਸੀਂ ਇੰਟਰਵਿਊ ਦੇਣਾ ਚਾਹੁੰਦੇ ਹੋ, ਕਿ ਤੁਹਾਡੀ ਡਿਵੈਲਪਮੈਂਟ ਕਿੱਦਾਂ ਹੈ। ਜੇ ਲਵ ਮੈਰਿਜ ਹੋ ਕਿਸ ਤਰ੍ਹਾਂ ਡਿਵੈਲਪ ਹੋਇਆ, ਜੇ ਅਰੇਂਜ ਮੈਰਿਜ ਮੈਰਿਡ ਇਹ ਤੋਂ ਬਾਅਦ ਕਿਸ ਤਰ੍ਹਾਂ ਤੁਹਾਡਾ ਡਿਵੈਲਪ ਹੋਇਆ ਵਾ। 86th ਕੁਐਸਚਨ, ਇਫ ਸ਼ੀ ਇਜ਼ ਪ੍ਰੈਗਨੈਂਟ ਔਰ ਨਾਟ, ਇਫ ਨਾਟ ਵਾਈ ਨਾਟ। ਸੋ ਬਹੁਤ ਇੰਪੋਰਟੈਂਟ, ਕਿ ਤੁਹਾਡੀ ਵਾਈਫ ਪ੍ਰੈਗਨੈਂਟ ਆ, ਜੇ ਤੋਂ ਪ੍ਰੈਗਨੈਂਟ ਹੈਗੇ ਆ ਕੈਨੇਡਾ ਦੇ ਵਿੱਚ, ਮਤਲਬ ਕਿ ਇੰਡੀਆ ਤੁਹਾਡਾ ਮੈਰਿਜ ਹੋਏ, ਪ੍ਰੈਗਨੈਂਟ ਹੈਗੇ ਆ ਤਾਂ ਦੱਸੋ ਯੈਸ। ਉਹ ਇੱਕ ਬਹੁਤ ਸਟਰੋਂਗ ਪੁਆਇੰਟ ਹੈ। ਜੇ ਨਹੀਂ ਹੈ ਪ੍ਰੈਗਨੈਂਟ, ਕਿਉਂ ਨਹੀਂ, ਇਹਦਾ ਆਨਸਰ ਦੇਣਾ ਹੈ ਤੁਸੀਂ। ਸੋ ਉਹ ਡਿਊ ਟੂ ਪਰਸਨਲ ਰੀਜ਼ਨਸ ਵੀ ਹੋ ਸਕਦਾ ਹੈ, ਉਹ ਤੁਹਾਡੀ ਪਲੈਨਿੰਗ ਵੀ ਹੋ ਸਕਦੀ, ਤੁਸੀਂ ਅਜੇ ਨਹੀਂ ਪਲਾਨ ਕਰਨਾ ਚਾਹੁੰਦੇ ਵੀ, ਬਿਕੋਜ਼ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਅਸੀਂ ਅਜੇ ਨਿਊਲੀ ਵੈਡ ਸੀਗੇ, ਹਜੇ ਅਸੀਂ ਬੱਚਿਆਂ ਦਾ ਥੋੜੀ ਦੇਰ ਬਾਅਦ ਸੋਚਣਾ ਹੈ। ਇਹ ਨਹੀਂ ਕਹਿਣਾ ਕਦੀ ਵੀ ਕਿ ਮੈਂ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨ ਬਣਾਉਣਾ ਚਾਹੁੰਦਾ ਤਾਂ ਕਰਕੇ ਮੈਂ ਹਜੇ ਨਹੀਂ ਕੀਤੇ। ਪਲੀਜ਼ ਡੋਂਟ ਗਿਵ ਥੀਸ ਕਾਈਂਡ ਆਫ ਸਿਲੀ ਆਨਸਰਸ, ਕਿਉਂਕਿ ਇਸ ਤਰ੍ਹਾਂ ਹੋਣਾ ਵੀ ਨਹੀਂ ਚਾਹੀਦਾ। ਤੁਸੀਂ ਕੈਨੇਡਾ ਕਰਕੇ ਮੈਰਿਜ ਨਹੀਂ ਕਰਾ ਰਹੇ, ਮੈਂ ਬਾਰ-ਬਾਰ ਕਹਿ ਰਿਹਾ ਤੁਹਾਨੂੰ, ਰਿਲੇਸ਼ਨਸ਼ਿਪ ਦੇ ਗਰਾਊਂਡ ਤੁਹਾਡੇ ਪਿਆਰ ਕਰਕੇ ਹੋਣੇ ਚਾਹੀਦੇ ਆ। ਹਸਬੈਂਡ ਵਾਈਫ ਵਾਲਾ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਆ, ਹਸਬੈਂਡ ਜਾਂ ਵਾਈਫ ਤੇ ਕੈਨੇਡਾ ਦਾ ਰਿਲੇਸ਼ਨਸ਼ਿਪ ਨਹੀਂ ਹੋਣਾ ਚਾਹੀਦਾ। 87th ਕੁਐਸਚਨ, ਡਿਟੇਲ ਇਨਫੋਰਮੇਸ਼ਨ ਅਬਾਊਟ ਹਰ ਪੇਰੈਂਟਸ, ਤੁਹਾਡੇ ਸਪਾਊਸ ਦੇ ਪੇਰੈਂਟਸ ਬਾਰੇ ਡਿਟੇਲ ਇਨਫੋਰਮੇਸ਼ਨ ਚਾਹੀਦੀ, ਉਹਨਾਂ ਬਾਰੇ ਵੀ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਮੋਸਟਲੀ ਜੋ ਮੋਟਾ-ਮੋਟਾ ਹੁੰਦਾ ਹੈ ਕਿ ਉਹ ਕੀ ਕਰਦੇ ਆ, ਕਿੱਥੇ ਰਹਿੰਦੇ ਆ, ਕਿੰਨੀ ਏਜ ਹੈ ਉਹਨਾਂ ਦੀ, ਕੀ ਡੇਟ ਆਫ ਬਰਥ ਹੈ ਉਹਨਾਂ ਦੀ, ਤੇ ਕਿੰਨੀ ਵਾਰੀ ਤੁਸੀਂ ਮਿਲਦੇ ਹੋ ਉਹਨਾਂ ਨੂੰ, ਦਿਸ ਐਂਡ ਦੈਟ। 88th, engagement, marriage and reception, who attended and who didn't, if not why not। ਇਹ ਕੁਐਸਚਨ ਪਹਿਲਾਂ ਵੀ ਕਵਰ ਕਰ ਚੁੱਕੇ ਹੋ, ਤੁਹਾਨੂੰ ਘੁਮਾ ਕੇ ਫਿਰ ਇਹ ਕੁਐਸਚਨ ਪੁੱਛ ਸਕਦੇ ਆ। about rituals and religious ceremony and number of guests, ਫਿਰ 88th 89th ਕੁਐਸਚਨ ਸੇਮ ਉਦਾਂ ਦਾ ਹੀ ਆ। 90th ਕੁਐਸਚਨ, ਫਿਊਚਰ ਪਲਾਨ ਕੀ ਆ ਤੁਹਾਡੇ? ਸੋ ਇਹਦੇ ਵਿੱਚ ਤੁਸੀਂ ਬਹੁਤ ਸਲੀਕੇ ਨਾਲ ਆਨਸਰ ਦੇਣੇ ਆ। ਤੁਸੀਂ ਆਪਣੇ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਨੂੰ ਕਿਵੇਂ ਕੈਰੀ ਫਾਰਵਰਡ ਕਰਨਾ ਚਾਹੁੰਦੇ ਜੇ ਤੁਸੀਂ ਕਿਤੇ ਜੌਬ ਕਰ ਰਹੇ ਹੋ ਜਾਂ ਤੁਸੀਂ ਬਿਜ਼ਨਸ ਕਰ ਰਹੇ ਹੋ ਇੰਡੀਆ ਦੇ ਵਿੱਚ, ਉਹਦੀ ਗਰੋਥ ਬਾਰੇ ਤੁਹਾਡੇ ਕੀ ਪਲਾਨ ਆ, ਤੇ ਜੇ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੁਹਾਡੇ ਕੀ ਪਲਾਨ ਹੈ, ਜੇ ਤੁਹਾਡਾ ਵੀਜ਼ਾ ਲੱਗ ਜਾਂਦਾ ਤੁਹਾਡੇ ਕੀ ਪਲਾਨ ਹੈ। 91st ਕੁਐਸਚਨ, ਵਾਟ ਕਾਈਂਡ ਆਫ ਜੌਬ ਯੂ ਆਰ ਲੁਕਿੰਗ ਫॉर, ਤੁਸੀਂ ਕਿਸ ਤਰ੍ਹਾਂ ਦੀ ਜੌਬ ਲੱਭ ਰਹੇ ਹੋ। ਉਹਦੇ ਵਿੱਚ ਤੁਸੀਂ ਮੇਨਲੀ ਇਹ ਜ਼ਰੂਰ ਕਹਿਣਾ ਹੈ ਕਿ ਮੈਂ ਹਾਲੇ ਨਹੀਂ ਸੋਚਿਆ ਇਸ ਦੇ ਬਾਰੇ, ਕਿਉਂਕਿ ਹਜੇ ਤੇ ਤੁਹਾਡਾ ਵੀਜ਼ਾ ਲੱਗੇਗਾ, ਉਸ ਤੋਂ ਬਾਅਦ ਜੌਬ ਬਾਰੇ ਸੋਚੋਗੇ। ਪਹਿਲਾਂ ਤੁਹਾਡੀ ਚੀਜ਼ ਹੋਣੀ ਚਾਹੀਦੀ, ਯੂ ਵਾਂਟ ਟੂ ਗਿਵ moral support to your spouse in Canada। 92nd, what side of bed you sleep on, ਬਹੁਤ ਇਹ ਅੰਤਰੇ ਕੁਐਸਚਨ ਆ ਗਏ, ਕਈਆਂ ਕੋ ਪੁੱਛਦੇ ਕਈਆਂ ਕੋ ਨਹੀਂ, ਪਰ ਇਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ। what side of bed you sleep on, ਤੁਸੀਂ ਬੈੱਡ ਦੀ ਕਿਹੜੀ ਸਾਈਡ ਤੇ ਸੌਂਦੇ ਹੋ। when and where did you first time got intimate with your spouse first time, ਤੁਸੀਂ ਇੱਕ ਦੂਜੇ ਨਾਲ ਪਹਿਲੀ ਵਾਰੀ ਫਿਜ਼ੀਕਲ ਰਿਲੇਸ਼ਨ ਕਿੱਥੇ ਬਣਾਏ and ਕਦੋਂ ਬਣਾਏ। 93rd ਕੁਐਸਚਨ ਇੰਪੋਰਟੈਂਟ, ਜੇ ਬਹੁਤ ਅੱਗੇ ਤੱਕ ਜਾਂਦੇ ਹੋ ਕੁਐਸਚਨ ਪੁੱਛ ਸਕਦੇ ਆ। ਹੈਜ਼ਿਟੇਟ ਨਹੀਂ ਕਰਨਾ, ਇਹ ਨਹੀਂ ਸੋਚੀ ਜਾਣਾ ਮੈਨੂੰ ਸ਼ਰਮ ਆ ਗਈ, ਹਾਈ ਮੈਂ ਕੀ ਆਨਸਰ ਕਰਾਂ। ਐਜ਼ ਅ ਕੁੜੀ ਵੀ ਤੁਸੀਂ ਸੋਚ ਸਕਦੇ ਹੋ, ਇਹਦਾ ਤੇ ਬਹੁਤ ਫਰਾਟੇਦਾਰ ਉਸੇ ਵੇਲੇ ਕੁਐਸਚਨ ਦਾ ਆਨਸਰ ਹੋਣਾ ਚਾਹੀਦਾ। ਕਿਉਂ? ਕਿਉਂਕਿ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੈ, ਇਹ ਕੋਈ ਸ਼ਰਮਾਉਣ ਵਾਲੇ ਆਨਸਰ ਨਹੀਂ ਆ।
ਇਹ ਚੀਜ਼ਾਂ ਹੁੰਦੀਆਂ ਆ, ਹਿਊਮਨ ਨੇਚਰ ਆ, ਹਿਊਮਨ ਨੀਡਸ ਆ, ਤੇ ਇਹਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਸਪਾਊਸ ਬਾਰੇ ਸਪੈਸ਼ਲੀ। 94th ਕੁਐਸਚਨ, what size is your bed, twin, queen or king? ਸੋ ਇਹ ਤੁਹਾਨੂੰ ਪਤਾ ਨਹੀਂ ਹੋਣਾ ਕਿਉਂਕਿ ਇੰਡੀਆ ਦੇ ਵਿੱਚ ਬੈੱਡ ਸਾਈਜ਼ਸ ਪਤਾ ਨਹੀਂ ਹੁੰਦੇ, ਪਰ ਇਹ ਚੀਜ਼ ਦਾ ਧਿਆਨ ਰੱਖਿਓ, ਇਹ ਵੀ ਚੀਜ਼ ਤੁਸੀਂ ਪ੍ਰਪੇਅਰ ਕਰਕੇ ਜਾਣੀ ਹੈ। ਇਹ ਥੋੜੇ ਟ੍ਰਿਕੀ ਕੁਐਸਚਨ ਆ, ਪਰ ਇਹ ਕੁਐਸਚਨ ਤੁਸੀਂ ਪ੍ਰਪੇਅਰ ਕਰਕੇ ਜਾਓਗੇ, ਆਨਸਰ ਦੋਗੇ ਤੇ ਵੀਜ਼ਾ ਅਪਰੂਵਲ ਦੇ ਚਾਂਸਸ ਬਹੁਤ ਜ਼ਿਆਦੇ। 95th, do you have a regular mattress, futon or water bed? ਕਿਹੜੇ ਟਾਈਪ ਦਾ ਮੈਟਰਸ ਤੁਹਾਡੇ ਕੋਲ ਆ, ਇਹ ਵੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ। 96th, how many windows are there in your bedroom? ਹੁਣ ਇਹ ਚੀਜ਼ਾਂ ਥੋੜੀਆਂ ਜਿਹੀਆਂ ਟ੍ਰਿਕੀ ਹੈ, ਸਾਰਾ ਇੰਟਰਵਿਊ ਕਲੀਅਰ ਕਰਤੀ, ਇਹਦੇ ਚ ਆਣ ਕੇ ਅੜ ਗਏ ਡਨ ਵੀਜ਼ਾ। ਕਿੰਨੀਆਂ ਖਿੜਕੀਆਂ ਵਾ ਤੁਹਾਡੇ ਰੂਮ ਦੇ ਵਿੱਚ। 97th, what color are your spouse's pajamas or night dress? ਤੁਹਾਡਾ ਸਪਾਊਸ ਜਿਹੜਾ ਕਿਹੜੇ ਰੰਗ ਦੇ ਪਜਾਮੇ ਪਾਉਂਦਾ ਹੈ, ਜਾਂ ਤੁਹਾਡੀ ਜਿਹੜੀ ਵਾਈਫ ਆ ਉਹ ਕਿਹੜੇ ਰੰਗ ਦੀ ਨਾਈਟ ਡਰੈਸ ਪਾਉਂਦੀ ਹੈ। 98th question, who sleeps on each side of the bed? ਬੈੱਡ ਦੇ ਉੱਤੇ ਦੋਵੇਂ ਸਾਈਡ ਤੇ ਕੌਣ-ਕੌਣ ਸੌਂਦਾ ਤੇ ਕਿਹੜੀ ਸਾਈਡ ਤੇ ਸੌਂਦੇ ਹੋ। 99th question, what form of contraception, birth control do you use? ਬਹੁਤ ਇੰਪੋਰਟੈਂਟ ਕੁਐਸਚਨ, ਕੀ ਤੁਸੀਂ ਕਦੀ ਬਰਥ ਕੰਟਰੋਲ ਯੂਜ਼ ਵੀ ਕੀਤੀ ਆ ਜਾਂ ਨਹੀਂ? ਜੇ ਨਹੀਂ ਕੀਤੀ ਐਵੇਂ ਨਾ ਆਨਸਰ ਦੇਣ ਡੈ ਪਏ ਵੀ ਅਸੀਂ ਆਹ ਕਰਦੇ ਆ। ਕੰਟਰਾਸੈਪਸ਼ਨ ਹੁੰਦੀ ਆ ਕਿ ਜਦੋਂ ਚਾਹੇ ਲੜਕਾ ਹੈ ਚਾਹੇ ਲੜਕੀ, ਲੜਕੀਆਂ ਮੋਸਟਲੀ ਯੂਜ਼ ਕਰਦੀਆਂ ਕੋਈ ਬਰਥ ਕੰਟਰੋਲ ਪਿਲ, ਜੇ ਤੁਸੀਂ ਖਾਂਦੇ ਹੋ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ, ਤੁਹਾਡੇ ਸਪਾਊਸ ਨੂੰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਇੰਪੋਰਟੈਂਟ। ਇੱਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਰਿਲੇਸ਼ਨਸ਼ਿਪ ਦੇ ਵਿੱਚ ਇਹ ਚੀਜ਼ ਨਾ ਹੋਵੇ। ਤੇ ਆਲਸੋ ਤੁਹਾਨੂੰ ਹੋਰ ਚੀਜ਼ ਦੱਸਦਾ, ਜਿਹੜਾ ਮੈਡੀਕਲ ਕਰਵਾਉਣ ਦਾ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ ਨਾ, ਉਹਦੇ ਵਿੱਚ ਵੀ ਕਈ ਵਾਰੀ ਚੀਜ਼ਾਂ ਆ ਜਾਂਦੀਆਂ, ਝੂਠ ਨਾ ਬੋਲਿਓ ਕਦੀ ਵੀ। 100th question and last question, when was your wife's last periods? ਸੋ ਜਿਹੜਾ ਉਹਨਾਂ ਦਾ ਸਾਈਕਲ ਹੁੰਦਾ ਲੜਕੀਆਂ ਦਾ, ਉਹਨਾਂ ਦਾ ਪੀਰੀਅਡ ਕਦੋਂ ਸੀਗਾ ਲਾਸਟ। ਸੋ ਬੇਸਿਕਲੀ ਦੇਖੋ, ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਜੇ ਤੇ ਵੈਸੇ 99% ਕਪਲ ਇਹ ਚੀਜ਼ਾਂ ਸ਼ੇਅਰ ਕਰਦੇ ਆ, ਟੂ ਬੀ ਓਨੈਸਟ। ਜਿਹੜੇ ਨਹੀਂ ਕਰਦੇ ਉਹ ਕਹਿ ਦੇਣ ਨਹੀਂ ਪਤਾ, ਪਰ ਇਟ ਵਿਲ ਬੀ ਵੈਰੀ ਵੀਅਰਡ ਕਿ ਜੇ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ, ਇਸ ਚੀਜ਼ ਬਾਰੇ ਜਾਣਕਾਰੀ ਰੱਖਣੀ ਆ ਇੰਟਰਵਿਊ ਵਾਸਤੇ। ਸੋ ਇਹ ਸੀਗੇ 100 ਕੁਐਸਚਨ, ਕਈ ਖੱਟੇ ਕੁਐਸਚਨ, ਕਈ ਮਿੱਠੇ ਕੁਐਸਚਨ, ਕਈ ਬਹੁਤ ਵੀਅਰਡ ਕੁਐਸਚਨਸ, ਪਰ ਸਾਰੇ ਹੀ ਜ਼ਰੂਰੀ ਆ ਤੁਹਾਡੀ ਐਪਲੀਕੇਸ਼ਨ ਦੇ ਲਈ। ਸੋ ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਇਹ ਤਾਂ ਹੈਗੇ ਸੀ ਪੰਜਾਬੀ ਜਿਹੜੀ ਲੈਂਗੁਏਜ ਦੇ ਵਿੱਚ, ਕਿਉਂਕਿ ਮੋਸਟਲੀ ਸਾਡੇ ਨਾਲ ਜਿਹੜੇ ਫਾਲੋਅਰ ਕਲਾਇੰਟ ਜੁੜੇ ਪੰਜਾਬੀ ਲੈਂਗੁਏਜ ਵਾਲੇ ਆ। ਅਗਲੀ ਸੀਰੀਜ਼ ਤੁਹਾਡੇ ਲਈ ਹਿੰਦੀ ਦੇ ਵਿੱਚ, ਕਿਉਂਕਿ ਹਿੰਦੂ ਕਲਾਇੰਟਸ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੰਜਾਬੀ ਨਹੀਂ ਆਉਂਦੀ, ਤੇ ਕਈ ਵਿਚਾਰੇ ਪੰਜਾਬੀ ਵੀ ਆ ਹਿੰਦੀ ਤੇ, ਪਰ ਮੋਸਟਲੀ ਆਉਂਦੀ ਹੈ ਕਿਉਂਕਿ ਆਪਾਂ ਸਮਝ ਸਕਦੇ ਹਾਂ। ਤੇ ਇੰਗਲਿਸ਼ ਦੇ ਵਿੱਚ ਵੀ ਮੈਂ ਟਰਾਈ ਕਰੂੰਗਾ, ਕਿਉਂਕਿ ਬਹੁਤੇ ਜਾਣੇ ਇੰਗਲਿਸ਼ ਦੇ ਵਿੱਚ ਇਸ ਲਈ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਨਸਰ ਹੀ ਹਿੰਦੀ ਪੰਜਾਬੀ ਦੇ ਵਿੱਚ ਕਰਨਾ ਚਾਹੁੰਦੇ ਆ। ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਪ੍ਰਪੇਅਰ ਕਰ ਲਿਓ। ਇਹਦੀ PDF ਵੀ ਮੈਂ ਸ਼ੇਅਰ ਕਰ ਦਾਂਗਾ ਤੁਹਾਡੇ ਲਈ, ਜੇ ਤੁਸੀਂ ਚਾਹੁੰਦੇ ਹੋ। ਟੈਲੀਗ੍ਰਾਮ ਚੈਨਲ ਤੇ ਵੀ ਕਰ ਸਕਦੇ ਹਾਂ, ਹੋਰ ਵੀ ਚੈਨਲ ਤੇ ਕਰ ਸਕਦੇ ਹਾਂ, ਪਰ ਇਸ ਵੀਡੀਓ ਨੂੰ ਸੇਵ ਕਰਕੇ ਰੱਖ ਲਓ, ਡਾਊਨਲੋਡ ਕਰਕੇ ਰੱਖ ਲਓ। ਜਿੱਦਣ ਤੁਹਾਡੀ ਇੰਟਰਵਿਊ ਆ ਜਾਂਦੀ ਆ, ਸਪਾਊਸਲ ਸਪਾਂਸਰਸ਼ਿਪ ਵਾਸਤੇ ਵੀ ਇੰਟਰਵਿਊ ਤੁਹਾਡੇ ਲਈ ਕੰਮ ਕਰ ਸਕਦੀ ਹੈ। ਜਦੋਂ PR ਵਾਲਾ ਕੇਸ ਲਾਉਣਾ ਹੁੰਦਾ ਹੈ, ਸਪਾਊਸਲ ਓਪਨ ਵਰਕ ਪਰਮਿਟ ਤੇ ਕਰਨੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਫॉर ਲਿਸਨਿੰਗ ਆਵਰ ਪੋਡਕਾਸਟ ਐਂਡ ਆਲਸੋ ਸਬਸਕ੍ਰਾਈਬ ਆਵਰ ਪੋਡਕਾਸਟ। ਬਾਕੀ ਸਾਰੇ ਸੋਸ਼ਲ ਮੀਡੀਆ TikTok, Instagram ਸਾਰੇ ਫੋਲੋ ਕਰ ਲਓ, YouTube ਤੱਕ, Snapchat ਤੱਕ, Facebook ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਪਾਵਾਂਗੇ। ਪਰ Facebook ਦੇ ਉੱਤੇ ਪੇਜ ਜੋਬਨ ਗਿੱਲ ਦੇ ਨਾਮ ਨਾਲ ਚੱਲ ਰਿਹਾ, ਔਰ ਤੁਸੀਂ ਫੋਲੋ ਕਰ ਸਕਦੇ ਹੋ। ਉੱਥੇ ਵੀ 9-10 ਹਜ਼ਾਰ ਫਾਲੋਅਰ ਹੈਗੇ, ਪਰ ਹਾਲੇ ਉਸ ਤੇ ਜ਼ਿਆਦਾ ਕੰਟੈਂਟ ਨਹੀਂ ਪਾ ਰਿਹਾ ਮੈਂ। ਉੱਤੇ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੰਟੈਂਟ ਲੈ ਕੇ ਆਵਾਂਗੇ। ਆਈ ਹੋਪ ਯੂ ਵਿਲ ਫਾਈਂਡ ਦਿਸ ਯੂਜ਼ਫੁਲ, ਆਈ ਹੋਪ ਦਿਸ ਵਿਲ ਵਰਕ ਫॉर ਯੂ ਗਾਇਸ, ਐਂਡ ਆਈ ਹੋਪ ਤੁਸੀਂ ਸਾਰੇ ਜਿੰਨੇ ਵੀ ਅਪਲਾਈ ਕਰਦੇ ਹੋ ਸਪਾਊਸਲ ਓਪਨ ਵਰਕ ਪਰਮਿਟ, ਜੇ ਤੁਹਾਡਾ ਰਿਸ਼ਤਾ ਪਵਿੱਤਰ ਆ, ਤੁਹਾਡੀ ਸੋਚ ਨੇ ਕਿ ਤੁਹਾਡਾ ਵੀਜ਼ਾ ਲੱਗੇ, ਤੁਸੀਂ ਆਪਣੇ ਹਸਬੈਂਡ ਵਾਈਫ ਕੋ ਕੈਨੇਡਾ ਪਹੁੰਚੋ ਤੇ ਆਪਣੀ ਲਾਈਫ ਇੰਜੋਏ ਕਰੋ, ਆਪਣੇ ਫਿਊਚਰ ਪਲਾਨਸ ਨੂੰ ਜਿਹੜਾ ਕਵਰ ਕਰੋ, ਆਪਣੇ ਫਿਊਚਰ ਪਲਾਨ ਜਿਹੜੇ ਉਹ ਆਣ ਕੇ ਇੱਥੇ ਹਾਸਲ ਕਰੋ ਤੇ ਆਪਣੀ ਇੱਕ ਵਧੀਆ ਲਾਈਫ, ਵਧੀਆ ਜ਼ਿੰਦਗੀ ਕੈਨੇਡਾ ਦੇ ਵਿੱਚ ਕੱਢੋ। ਥੈਂਕ ਯੂ ਸੋ ਮਚ ਐਂਡ ਹੈਵ ਅ ਨਾਈਸ ਡੇ। ਥੈਂਕ ਯੂ ਜੀ।